बशमत पर। श्री हर राय नमो कर, नमो कर। श्री हर कृष्ण नाम। तेग बहादुर परम जी परम। श्री गुरु गोबिंद सिंह तरो तरा पर पौना पौना जी पौना पौना। बंदों बार बार जगदीसा। एक ओंकार सतगुरु ते प्रसाद सच होए। वाहिगुरु जी की फतेह है, बिघ्न विनाशन सोए। वाहिगुरु जी की फतेह है, बिघ्न विनाशन सोए। सतनाम श्री वाहिगुरु साहिब जीओ। सवैया छोर दई तन हंत होती। चित राखन को तेर कौन है कामो। जे निद सिद्ध सो दासी पाई। लिए देव तरोवर श्री हर नामो। मानव माए पूजावन की। मन बाशन नाशन करी वाडे आमो। काहे की चाह नहीं और माए। अघाए राए सुख पाबीरामो। वाहिगुरु जी का खालसा, वाहिगुरु जी की फतेह। श्री हर कृष्ण ध्याइए। जिस डिठे सब दुख जाए। तेग बहादुर सिमरिय घर नौ निध आवै धाए। सब थाई होए सहाय। ऐसे गुरु करीब निवास अंतरजामी पार ब्रह्म परमेश्वर। शब्द स्वरूप जोत रूप हर आप। गुरु नानक कहायो ताते अंगद भयो। तत् स्यों तत् मिलायो। ऐसे जो स्वरूप 10 पातशाहियों के स्वरूप धन धन श्री गुरु ग्रंथ साहिब महाराज जी की पावन पवित्र गोद विच सुभाईमान। गुरु सवारी गुरु खालसा सतसंग जीओ। आप समूह संगतां अत्यंत वड्डे भागां वाले हो कि कथा कीर्तन सुखदाई। असी दुनियावी जी हाँ, समाज विच रहने हाँ। साडी पहली लोड़ है सुख। घर दे पदार्थ, देह रोगता, ये सानू महाराज देण वाले हैं। भगत धन्ना जी ने ही मंगिया, गोपाल तेरा हरता। जो जन तुमरी भगत करन ते, तिनके काज सवारता। दाल सीधा मांगो घियो, हमरा खुशी करे नित जियो। पनिया छाजन नीका, अनाज मंगो सत सी का। गौ भैंस मंगो लावेरी, एक ताजन तुरी चंगेरी। घर की गीहन चंगी, जन धन्ना लेवै मंगी। ये वो पदार्थ हैं, वो रिश्तेदारियां हैं
ਜਿਹੜੇ ਸਮਾਜ ਵਿੱਚ ਸਾਨੂੰ ਚਾਹੀਦੀਆਂ ਹਨ। ਇਸ ਤੋਂ ਬਾਅਦ ਪਾਤਸ਼ਾਹ ਕਹਿੰਦੇ ਫਿਰ ਰੱਬ ਜੀ ਆਪਣੀ ਭਗਤੀ ਨਾਲ ਦੇਣਾ ਕਿ ਪਦਾਰਥ ਵੀ ਆ ਜਾਣ ਕਿ ਮਤਾ ਇਹਨਾਂ ਨੂੰ ਵੇਖ ਕੇ ਤੇਰਾ ਨਾਮ ਨਾ ਚੇਤਾ ਆਵੇ ਰੱਬ ਜੀ। ਤਾਂ ਪਾਤਸ਼ਾਹ ਕਹਿੰਦੇ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਕਿ ਜਿਹੜੇ ਰੱਬ ਦੀ ਭਗਤੀ ਕਰਦੇ ਹਨ ਉਹਨਾਂ ਦੇ ਰੱਬ ਜੀ ਇਹ ਸਾਰੇ ਕਾਰਜ ਸਵਾਰਦੇ ਹਨ। ਭਾਵ ਪਹਿਲਾਂ ਰੱਬ ਜੀ ਭਗਤੀ ਨਾਲ ਇਹ ਵੀ ਦਿੰਦੇ ਹਨ ਉਹਨਾਂ ਨੂੰ। ਖਾਲਸਾ ਜੀਓ, ਅਸੀਂ ਸਾਰੇ ਹੀ ਰੱਬ ਦੇ ਦਰ ਤੇ ਕੁਛ ਮੰਗਣ ਲਈ ਇੱਥੇ ਹਾਜ਼ਰੀਆਂ ਭਰ ਰਹੇ ਹਾਂ। ਗੁਰਬਾਣੀ ਦਾ ਆਨੰਦਮਈ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜੋ ਗੁਰੂ ਘਰ ਦੀ ਮਰਿਆਦਾ ਹੈ, ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਰੱਬ ਦੀ ਕਥਾ ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣੇ ਦਰਸ਼ਨ ਦਿਦਾਰੇ ਭਰੇ ਹੋਏ ਹਨ। ਜਿਹੜਾ ਕੋਈ ਸੁਰਤੀ ਕਾਗਰ ਕਰਕੇ ਕਥਾ ਸੁਣਦਾ ਨਾ, ਉਹਨੂੰ ਉਹੀ ਸਭ ਕੁਝ ਨਜ਼ਰ ਆ ਜਾਂਦਾ ਹੈ। ਜਿਵੇਂ ਜਿਵੇਂ ਮਹਾਰਾਜ ਵਿਚਰ ਰਹੇ ਹਨ, ਸੁਮੇਰ ਪਰਬਤ ਵਿੱਚ ਜਾ ਰਹੇ ਹਨ, ਮਰਦਾਨਾ ਜੀ ਨਾਲ ਹਨ, ਭਾਈ ਬਾਲਾ ਜੀ ਨਾਲ ਹਨ, ਅਰਸ਼ਾਂ ਦੀ ਉਡਾਰੀਆਂ ਮਾਰ ਕੇ ਮਹਾਰਾਜ ਜਾ ਰਹੇ ਹਨ। ਖਾਲਸਾ ਜੀਓ, ਉੱਥੇ ਅਰਸ਼ਾਂ ਦੀ ਉਡਾਰੀਆਂ ਵਿੱਚ ਬਹੁਤ ਕਰਨੀ ਵਾਲੇ ਰਿੱਧ ਸਿੱਧ ਵਾਲੇ ਸਿੱਧ ਬੈਠੇ ਹਨ, ਜਿਨ੍ਹਾਂ ਦੀ ਉਮਰਾਂ ਵੀ ਬਹੁਤ ਜ਼ਿਆਦਾ ਹੈ। 1000 2000 ਸਾਲ, 5000 ਸਾਲ। ਤੁਹਾਡੇ ਮਨਾਂ ਵਿੱਚ ਆਵੇਗਾ ਵੀ ਕਲਯੁਗ ਦੀ ਇਤਨੀ ਉਮਰ ਤਾਂ ਹੋ ਨਹੀਂ ਸਕਦੀ ਭਾਈ। ਲਗਭਗ ਇੱਕ ਮਨੁੱਖ ਦੀ ਉਮਰ ਹੁੰਦੀ 100 ਸਾਲ, ਹੱਦ 150 ਸਾਲ, ਜ਼ਿਆਦਾ ਜ਼ੋਰ ਲਾ ਲਓ 200 ਸਾਲ। ਜਾਂ ਸਾਡੇ ਵਰਗਿਆਂ ਦੀ ਉਮਰ ਹੈ 40-50 ਸਾਲ, 60 ਸਾਲ ਬੈਠੀ ਰਹਿੰਦੀ ਹੈ ਕਲਯੁਗ ਜੀਵਾਂ ਦੀ। ਇਤਨੀ ਉਮਰ ਕਿਵੇਂ ਬਣ ਗਈ ਜੀ? ਇਹ ਤਾਂ ਬਾਣੀ ਦਾ ਬਚਨ ਹੈ, ਨਾ ਵਧੇ ਨਾ ਘਟੇ। ਉਹ ਕੀ ਹੈ? ਸਾਹ ਹੈ। ਨਹਿ ਬੜਨ ਘਟਨ ਤਿਲ ਸਾਰ। ਤਿਲ ਮਾਤਰ ਵੀ ਥੋੜੇ ਵੀ ਸਾਹ ਵੱਧਦੇ ਘਟਦੇ ਨਹੀਂ, ਉਹ ਨਹੀਂ ਰਹਿਣਗੇ। ਉਹ ਜਿਹੜੇ ਸਿੱਧ ਹਨ ਆਪਣੇ ਸਵਾਸ 10ਵੇਂ ਦਵਾਰ ਚੜਾ ਲੈਂਦੇ ਹਨ। ਜਿੱਥੇ ਉਹਨਾਂ ਨੂੰ ਥੋੜਾ ਥੋੜਾ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ, ਟਿਕਾ ਜਾ ਰਹਿੰਦਾ ਹੈ। ਉਹ ਜਿਹੜੇ ਸਾਹ ਹਨ ਉਹ ਵਿਅਰਥ ਨਹੀਂ ਹੁੰਦੇ, ਵਿਅਰਥ ਨਹੀਂ ਜਾਂਦੇ, ਉਹ ਲੈਂਦੇ ਹੀ ਨਹੀਂ। ਉਹ ਸਾਹ ਜਮਾ ਰਹਿੰਦੇ ਉਹਨਾਂ ਦੇ। ਸਾਹ ਦੀ ਉਮਰ ਉਨੀ ਹੈ, ਸਰੀਰ ਦੀ ਉਮਰ ਹੈ 1000 ਸਾਲ 2000 ਸਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਦੀ ਉਮਰ ਹੈ ਬਸ। ਤੁਸੀਂ ਬੈਠੇ ਹੋ ਤੇ ਇਹੀ ਸਾਹ ਅਸੀਂ ਹੁਣ ਦੇਖੋ, ਜੇ ਆਸਤਾ ਆਸਤਾ ਲਵਾਂਗੇ ਸਾਡੇ ਇਹੀ 2 ਮਿੰਟ ਵੀ ਸਾਡੀ ਉਮਰ ਹੋ ਜਾਏਗੀ 4 ਮਿੰਟ ਵੱਧ ਜਾਏਗੀ। ਜੇ ਉਹੀ ਸਾਹ ਅਸੀਂ ਤੇਜ਼ ਤੇ ਦੌੜਾਂਗੇ, ਕੁਝ ਖਾਵਾਂਗੇ ਜਾਂ ਹੋਰ ਕੁਝ ਭੋਗ ਵਿਲਾਸ ਕਰਾਂਗੇ, ਸਾਡੀ ਸਾਹ ਦੀ ਜਿਹੜੀ ਗਤੀ ਹੈ ਤੇਜ਼ ਹੋ ਜਾਏਗੀ। ਜਿਵੇਂ ਕਹਿੰਦੇ ਨੇ ਬੜੇ ਸਾਹ ਕਾਲੇ ਪੈ ਰਹੇ ਨੂੰ, ਕੋਈ ਉਹ ਕਾਲੇ ਪੈਣਾ ਤੇਜ਼ ਆਣਾ, ਉਹ ਸਾਹ ਤੇਜ਼ ਚੱਲਦੇ ਹਨ। ਖਾਲਸਾ ਜੀ, ਸਿਆਣੇ ਦੀ ਵੀ ਕਹਾਵਤ ਹੈ ਵੀ ਇਹਦਾ ਅੰਨ ਜਲ ਮੁੱਕ ਗਿਆ ਹੈ, ਵੀ ਜ਼ਿਆਦਾ ਖਾਵੇਗਾ ਅੰਨ ਜਲ ਮੁੱਕੇਗਾ ਹੀ। ਖਾਲਸਾ ਜੀ, ਉਹ ਜ਼ਿਆਦਾ ਖਾਵੇਗਾ ਜਾਂ ਜ਼ਿਆਦਾ ਸਾਹ ਤੇਜ਼ ਚੱਲਣਗੇ, ਅੰਨ ਜਲ ਆਪੇ ਮੁੱਕ ਜਾਣਾ ਹੈ। ਉਹ ਸਿੱਧ ਜੋਗੀ ਆਪਣੇ ਸਵਾਸ 10ਵੇਂ ਦਵਾਰ ਚੜਾ ਕੇ ਘੱਟ ਖਾਉਂਦੇ ਹਨ। ਇਸ ਕਰਕੇ ਸਰੀਰ ਦੀ ਉਮਰ ਉਹਨਾਂ ਦੀ 1000 ਸਾਲ 2000 ਸਾਲ 5000 ਸਾਲ, ਕਈਆਂ ਦੀ ਤਾਂ ਉਮਰ ਕਈ ਯੁੱਗ ਵੀ ਹੋਈ। ਸੰਤੋਖਾ ਰਿਖੀ ਹੋਇਆ ਜਦੋਂ 5ਵੇਂ ਪਾਤਸ਼ਾਹ ਜੀ ਨੇ ਸ੍ਰੀ ਸੰਤੋਖਸਰ ਸਾਹਿਬ ਦੀ ਖੁਦਾਈ ਕਰਵਾਈ ਤੇ ਉੱਥੋਂ ਮੱਠ ਵਿੱਚੋਂ ਇਹ ਰਿਖੀ ਨਿਕਲਿਆ ਸੀ। ਖਾਲਸਾ ਜੀ, ਰੋਹ ਵਿਚਾਰ ਕਿ ਐਸੇ ਸਿੱਧਾਂ ਨੂੰ ਬੜਾ ਮਾਣ ਸੀ
ਉਹਨਾਂ ਦਾ ਮਾਣ ਦੂਰ ਕਰਨ ਲਈ ਪਾਤਸ਼ਾਹ ਸੁਮੇਰ ਪਰਬਤ ਵੱਲ ਜਾ ਰਹੇ ਹਨ। ਮਹਾਰਾਜ ਉੱਤੇ ਜਾਈ ਜਾ ਰਹੇ ਹਨ। ਮਰਦਾਨਾ ਪੁੱਛਦਾ ਹੈ, ਪਾਤਸ਼ਾਹ ਜੀ ਇਹ ਸੂਰਜ ਇਹ ਚੰਦ ਨਜ਼ਰ ਨਹੀਂ ਆ ਰਹੇ? ਪਾਤਸ਼ਾਹ ਕਹਿੰਦੇ ਉਹ ਦੇਖੋ ਪੱਛਮ ਵਾਲੇ ਪਾਸੇ, ਉਹ ਨਜ਼ਰ ਆ ਰਿਹਾ ਦੂਰੋਂ? ਕਹਿੰਦਾ ਹਾਂ ਮਹਾਰਾਜ। ਕਿਤਨਾ ਦੂਰ ਹੈ ਪਾਤਸ਼ਾਹ? ਪਾਤਸ਼ਾਹ ਕਹਿੰਦੇ ਧਰਤੀ ਤੋਂ 1 ਲੱਖ ਯੋਜਨ ਦੂਰ ਹੈ। इतना दूर है। 1 ਲੱਖ ਕੋਹ ਦਾ ਅਰਥ ਹੈ 1 ਯੋਜਨ ਹੁੰਦਾ 4 ਕੋਹ ਦਾ ਖਾਲਸਾ। 4 ਲੱਖ ਕੋਹ ਇਹ ਧਰਤੀ ਤੋਂ ਦੂਰ ਹੈ। ਇਤਨਾ ਹੀ ਚੰਦਰਮਾ ਹੈ। ਤਾਰਿਆਂ ਦੀ ਗਿਣਤੀ ਇਸ ਤੋਂ ਜ਼ਿਆਦਾ ਹੈ ਪਾਤਸ਼ਾਹ ਕਹਿੰਦੇ। ਪ੍ਰਧਾਨਾ ਜੀ ਅੱਗੇ ਦੇਖੀ ਜਾਓ। ਹੁਣ ਇੱਥੇ ਭਾਵ ਕੀ ਇਹਦਾ? ਇਹ ਧਿਆਨ ਰੱਖਣਾ, ਸੁਮੇਰ ਪਰਬਤ ਇੱਕ ਹੈ ਵੀ ਪਰਬਤ। ਦੂਜਾ ਮਹਾਂਪੁਰਖ ਇਹਦੇ ਅਰਥ ਕਰਦੇ, ਜਦੋਂ ਕੋਈ ਰੱਬ ਦਾ ਪਿਆਰਾ ਸੁਰਤੀ ਦੀ ਉਡਾਰੀ ਵੱਲ, ਆਤਮ ਰਸ ਵੱਲ ਜਾਂਦਾ ਹੈ, ਰਸਤੇ 'ਚ ਉਹਦੇ ਬਹੁਤ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ। ਉਹ ਰਿੱਧੀਆਂ ਸਿੱਧੀਆਂ ਦਾ ਮਾਰਗ ਸੁਮੇਰ ਪਰਬਤ ਹੈ ਖਾਲਸਾ ਜੀਓ। ਤੇ ਉੱਥੇ ਪਹੁੰਚ ਕੇ ਗੁਰੂ ਕੇ ਪਿਆਰੇ ਨੂੰ ਸਭ ਕੁਝ ਨਜ਼ਰ ਆ ਜਾਂਦਾ ਹੈ ਕਿ ਸੂਰਜ ਚੰਦ ਵੀ ਥੱਲੇ ਰਹਿ ਜਾਂਦੇ ਹਨ। ਧਰੂ ਜਿਹੜਾ ਇਹਦੀ ਨਗਰੀ ਹੈ ਉਹ ਵੀ ਖਾਲਸਾ ਜੀਓ ਆਸਤਾ ਆਸਤਾ ਪਾਰ ਕਰਕੇ ਉੱਤੇ ਹੋ ਜਾਂਦਾ ਹੈ ਪਿਆਰਾ। ਉਹ ਇਹ ਬਾਕੀ ਰਿੱਧੀਆਂ ਸਿੱਧੀਆਂ ਇਹ ਅਸਲ ਸੁਮੇਰ ਪਰਬਤ ਦਾ ਮਾਰਗ ਹੈ। ਪ੍ਰਧਾਨਾ ਜੀ ਕਹਿਣ ਲੱਗੇ, ਮਹਾਰਾਜ ਮੈਂ ਸੁਣਿਆ ਹੈ ਧਰੂ ਦੀ ਨਗਰੀ ਵੀ ਨੇੜੇ ਹੈ ਮਹਾਰਾਜ ਸੱਚਖੰਡ ਤੋਂ। ਪਾਤਸ਼ਾਹ ਉਹ ਵੀ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ ਕਰਾ ਦਿੰਦੇ ਆ ਭਾਈ। ਬਾਲਾ ਜੀ ਤੁਸੀਂ ਦਰਸ਼ਨ ਕਰਨੇ? ਹਾਂ ਮਹਾਰਾਜ ਅਸੀਂ ਵੀ ਦਰਸ਼ਨ ਕਰਨੇ ਆ। ਜਿਤਨੇ ਰਸਤੇ 'ਚ ਆਉਣਗੇ ਸਾਰੇ ਦਰਸ਼ਨ ਕਰ ਲਵਾਂਗੇ। ਤੇ ਮਹਾਰਾਜ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਉਹ ਤਾਂ ਜਾਈ ਜਾ ਰਹੇ ਹਨ। ਉਧਰ ਖਾਲਸਾ ਜੀ ਗੋਰਖਨਾਥ ਜਿਸ ਨੂੰ ਭਰਤਰੀ ਨੇ ਆਖਿਆ, ਐ ਗੁਰੂ ਜੀ ਮੈਂ ਸੁਣਿਆ ਹੈ ਗੁਰੂ ਨਾਨਕ ਦੇਵ ਜੀ ਜਿਹੜੇ ਕਲਯੁਗ 'ਚ ਪਰਮਾਤਮਾ ਸਰੂਪ ਧਾਰ ਕੇ ਆਏ ਹਨ ਉਹ ਸੁਮੇਰ ਪਰਬਤ ਵੱਲ ਆ ਰਹੇ ਹਨ। ਜਾਓ ਕੋਈ ਗੱਲਬਾਤ ਕਰੋ, ਕੋਈ ਗੋਸ਼ਟ ਕਰੋ ਇਹਨਾਂ ਨਾਲ। ਉਹ ਗੋਸ਼ਟ ਕਰਨ ਲਈ ਖਾਲਸਾ ਜੀਓ ਇਹ ਗੋਰਖਨਾਥ ਇਹ ਖਾਲਸਾ ਇਹਨੇ ਆਪਣਾ ਬੰਦਾ ਭੇਜਿਆ ਹੈ। ਮਸ਼ਿੰਦਰ ਵਰਗੇ ਆਉਣਗੇ, ਲੋਹਾਰਿਪਾ ਵਰਗੇ ਆਉਣਗੇ, ਅਨੇਕ ਸਿੱਧ ਮੁਨੀ ਆਉਣਗੇ, ਕਰਨੀ ਵਾਲੇ ਜੋਗੀ ਆਉਣਗੇ। ਪਰ ਜਿਹੜੇ ਜਿਹੜੇ ਪ੍ਰਸ਼ਨ ਕਰ ਰਹੇ ਹਨ ਕਿ ਦੱਸੋ ਜੀ ਤੁਸੀਂ ਕੌਣ ਹੋ, ਅੱਗੇ ਕਿੱਥੇ ਜਾਣਾ ਹੈ, ਤੁਹਾਡਾ ਕੀ ਨਾਂ ਹੈ, ਇਹ ਸਾਰੇ ਪ੍ਰਸ਼ਨ ਸਿੱਧ ਗੋਸ਼ਟ ਬਾਣੀ ਵਿੱਚ ਆਉਂਦੇ ਖਾਲਸਾ ਜੀਓ। ਜੇ ਕਹਿ ਲਓ ਰਾਮਕਲੀ ਰਾਗ ਵਿੱਚ 938 ਅੰਗ ਤੋਂ ਲੈ ਕੇ 946 ਅੰਗ ਤੱਕ 73 ਪਦੇ ਇਹ ਸਿੱਧ ਗੋਸ਼ਟ ਬਾਣੀ ਦੇ ਹਨ। ਤੇ ਉਸ ਬਾਣੀ ਚੋਂ ਹੀ ਕਵੀ ਸੰਤੋਖ ਸਿੰਘ ਜੀ ਨੇ ਖਾਲਸਾ ਜੀਓ ਜੋ ਰੂਹਾਨੀ ਮੰਡਲ ਰਾਹੀਂ ਦਰਸ਼ਨ ਕੀਤੇ ਸੱਚਖੰਡ ਦੇ ਸੁਮੇਰ ਪਰਬਤ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ, ਉਸ ਦਰਸ਼ਨ ਦਿਦਾਰੇ ਨੂੰ ਇੱਥੇ ਬਿਆਨ ਕਰ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਅਰਦਾਸ ਬੇਨਤੀ ਕਰੀਏ। ਰੱਬ ਜੀ ਸਾਡੀ ਬੁੱਧੀ ਮਹਾਰਾਜ ਬਹੁਤ ਅਸਥੂਲ ਹੈ, ਵਿਸ਼ੇ ਵਿਕਾਰੀ ਹੈ। ਮਹਾਰਾਜ ਤੁਸੀਂ ਕਿਰਪਾ ਕਰੋ ਪਾਤਸ਼ਾਹ, ਉਹਨਾਂ ਮਹਾਂਪੁਰਖਾਂ ਦੀ ਜਿਹੜੇ ਸਿੱਧ ਮੁਨੀ ਹਨ ਬੜੇ ਕਰਨੀ ਵਾਲੇ ਸਨ। ਗੋਰਖ ਨੂੰ ਪਤਾ ਸੀ ਵੀ ਗੁਰੂ ਨਾਨਕ ਮਹਾਰਾਜ ਕੋਈ ਛੋਟੇ ਮੋਟੇ ਨਹੀਂ। ਫਿਰ ਵੀ ਇਸ ਗੋਰਖ ਨੇ ਆਪਣੇ ਚੇਲਿਆਂ ਦਾ ਮਾਣ ਦੂਰ ਕਰਨ ਲਈ ਇਹ ਸਾਰੇ ਕੌਤਕ ਵਰਤਾਏ। ਆਓ ਅਸੀਂ ਵੀ ਆਪਣੇ ਮਨ ਦਾ ਮਾਣ ਦੂਰ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਜਸ ਨਾਲ ਜੁੜੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੋਰ ਦਈ ਤਨ ਹੰਤ ਹੋਤੀ
ਚਿਤ ਰਾਖਨ ਕੋ ਥਿਰ ਕੌਣ ਹੈ ਕਾਮੋ। ਪਾਤਸ਼ਾਹ ਜੀ ਕਹਿਣ ਲੱਗੇ, ਜੋਗੀ ਜੀ ਅਸੀਂ ਸਰੀਰ ਦੀ ਹੰਤਾ ਨੂੰ ਛੱਡ ਦਿੱਤਾ ਹੈ, ਸਰੀਰ ਦੀ ਹਉਮੈ ਨੂੰ ਤਿਆਗ ਦਿੱਤਾ ਹੈ, ਉਹਦੇ ਮਨ ਵਿੱਚ ਹੋਰ ਜੀਣ ਦੀ ਤਮੰਨਾ ਰਹਿੰਦੀ ਨਹੀਂ। ਖਾਲਸਾ ਜੀ ਚਿਤ ਰਾਖਨ ਕੋ, ਸਾਡਾ ਮਨ ਨਹੀਂ ਕਰਦਾ ਹੁਣ ਸਰੀਰ ਰੱਖੀਏ, ਤਾਂ ਹੀ ਤਾਂ ਤੁਹਾਡੇ ਵੱਲ ਆਏ ਹਾਂ। ਇਤਨਾ ਔਖਾ ਪੈਂਡਾ ਤੈਅ ਕਰਕੇ ਇਹ ਸੁਮੇਰ ਪਰਬਤ ਤੇ ਜਾਣਾ, ਫਿਰ ਸੱਚਖੰਡ ਵੱਲ ਜਾਣਾ, ਉਹ ਜਾ ਸਕਦਾ ਹੈ ਜਿਹਦੇ ਮਨ ਵਿੱਚ ਅਹੰਕਾਰ ਨਾ ਹੋਵੇ। ਜਿਹਦੇ ਮਨ ਵਿੱਚ ਅਹੰਕਾਰ ਹੈ ਉਹ ਨਹੀਂ ਜਾ ਸਕਦਾ। ਐ ਸਿੱਧ ਜੀ ਅਸੀਂ ਤਾਂ ਹੀ ਲੀਏ ਦੇਵ ਤਰੋਵਰ ਸ਼੍ਰੀ ਹਰਿ ਨਾਮੋ। ਜਿਹੜੀਆਂ ਰਿੱਧੀਆਂ ਸਿੱਧੀਆਂ ਹਨ ਇਹ ਸਾਡੀ ਦਾਸੀਆਂ ਬਣ ਗਈਆਂ ਹਨ। ਰਿੱਧ ਸਿੱਧ ਨਾਵੈ ਕੀ ਦਾਸੀ, ਅਸੀਂ ਤਾਂ ਨਾਮ ਦਾ ਜਾਪ ਕਰਦੇ ਹਾਂ। ਸਾਡੇ ਕੋਲ ਇੱਕ ਦੇਗ ਤਰੋਵਰ ਹੈ। ਦੇਵ ਤਰੋਵਰ ਦਾ ਅਰਥ ਹੈ ਕਲਪ ਬ੍ਰਿਕਸ਼। ਇਹ ਕਲਪ ਬ੍ਰਿਕਸ਼ ਸਾਡੇ ਕੋਲ ਹੈ ਤੇ ਉਹ ਕੀ ਹੈ? ਵਾਹਿਗੁਰੂ ਨਾਮ ਹੈ। ਇਹ ਵਾਹਿਗੁਰੂ ਨਾਮ ਸਾਡੇ ਕੋਲ ਕਲਪ ਬ੍ਰਿਕਸ਼ ਹੈ। ਇਹ ਸਾਡੀ ਸਾਰੀ ਤਮੰਨਾ ਪੂਰੀ ਕਰਦਾ ਹੈ। ਇਹੀ ਸਾਡੇ ਕੋਲ ਰਿੱਧੀਆਂ ਸਿੱਧੀਆਂ ਹਨ। ਹੋਰ ਸਾਡੇ ਕੋਲ ਕਰਾਮਾਤ ਨਹੀਂ, ਇੱਕ ਨਾਮ ਹੀ ਹੈ ਰੱਬ ਦਾ। ਉਹ ਨਾਮ ਸਦਕਾ ਸਾਰੇ ਪਾਸੇ ਵਿਚਰਦੇ ਹਾਂ। ਮਾਨਵ ਮਾਹੇ ਪੂਜਾਵਨ ਕੀ, ਮਨ ਬਾਸ਼ਨ ਨਾਸ਼ ਕਰੀ ਵਾਡੇ ਆਮੋ। ਸਾਡੇ ਮਨ ਵਿੱਚ ਕਿ ਲੋਕਾਂ ਵਿੱਚ ਸਾਡੀ ਪੂਜਾ ਹੋਵੇ, ਅਸੀਂ ਵਾਸ਼ਨਾ ਹੀ ਮੁਕਾਤੀ ਹੈ ਦੀ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਵੱਡੀ ਵਾਸ਼ਨਾ ਅੱਜ ਕੱਲ੍ਹ ਚਲਦੀ ਖਾਲਸਾ ਜੀਓ। ਇਹ ਹਉਮੈ ਦੀ ਵਾਸ਼ਨਾ ਹੈ। ਇਹ ਸੂਖਮ ਤੋਂ ਸੂਖਮ ਹਉਮੈ ਪਈ ਹੈ ਬੰਦਿਆਂ ਵਿੱਚ ਕਿ ਮੇਰੀ ਪਬਲਿਸਿਟੀ ਹੋਵੇ, ਮੇਰੀ ਪ੍ਰਭਤਾ ਹੋਵੇ, ਮੇਰਾ ਮਾਣ ਵਧੇ, ਕਿ ਲੋਕੀ ਮੇਰੀ ਵਡਿਆਈ ਕਰਨ। ਬੜਾ ਚੰਗਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਵਾਸ਼ਨਾ ਹੀ ਆਪਣੀ ਖਤਮ ਕਰਤੀ ਹੈ ਕਿ ਸਮਾਜ ਵਿੱਚ ਸਾਡੀ ਪੂਜਾ ਹੋਵੇ, ਸਾਡੀ ਪ੍ਰਤਿਸ਼ਠਾ ਹੋਵੇ। ਇਹ ਅਸੀਂ ਆਪਣੇ ਮਨ ਦੀ ਵਾਸ਼ਨਾ ਖਤਮ ਕਰ ਦਿੱਤੀ ਹੈ। ਕਾਹੇ ਕੀ ਚਾਹ ਨਹੀਂ ਔਰ ਮਾਏ, ਅਘਾਏ ਰਾਏ ਸੁਖ ਪਾਬੀ ਰਾਮੋ। ਅਸੀਂ ਤਾਂ ਹੁਣ ਰੱਜ ਗਏ ਹਾਂ ਬਸ ਆਤਮ ਸੁਖ ਵਿੱਚ ਲੀਨ ਹੋ ਕੇ। ਜਿਹੜਾ ਆਤਮ ਸੁਖ ਆਨੰਦਮਈ ਹੈ, ਬਹੁਤ ਸੁੰਦਰ ਹੈ, ਅਸੀਂ ਉਹਦੇ 'ਚ ਲੀਨ ਹੋ ਕੇ ਰੱਜ ਗਏ ਹਾਂ। ਸਾਨੂੰ ਹੋਰ ਤਮੰਨਾ ਨਹੀਂ ਸਾਡੀ ਵਡਿਆਈ ਹੋਵੇ, ਸਾਡਾ ਜਸ ਹੋਵੇ। ਸਾਨੂੰ ਕੋਈ ਤਮੰਨਾ ਨਹੀਂ ਹੈ ਵੀ ਕੁਝ ਖਾਣ ਦੀ, ਕੁਝ ਪੀਣ ਦੀ, ਆਪਣੀ ਵਡਿਆਈ ਦੀ, ਕੁਝ ਵੇਖਣ ਦੀ, ਕੁਝ ਮਾਲ ਮੱਤੇ ਦੀ, ਕੋਈ ਦੁਨੀਆਵੀ ਸੁੱਖ ਪ੍ਰਾਪਤ ਕਰਨ ਦੀ। ਇਹ ਸਾਡੀ ਤਮੰਨਾ ਨਹੀਂ ਰਹੀ। ਸਵਈਆ ਗੋਰਖ ਸ਼੍ਰੋਨ ਸੋਨੇ ਜਬ ਬੈਨ, ਲਖੀ ਮਨ ਮੈਂ ਇਹ ਮਾਨਤ ਨਾਹੀ। ਇਹ ਗੋਰਖਨਾਥ ਨੇ ਜਦੋਂ ਸੁਣਿਆ ਨਾ ਵੀ ਇਹ ਤਾਂ ਵੱਡੇ ਪੁਰਖ ਹਨ, ਪਤਾ ਸੀ ਗੋਰਖ ਨੂੰ ਖਾਲਸਾ ਜੀ, ਇਹ ਤਾਂ ਸਾਨੂੰ ਸਮਝਾਉਣ ਲਈ ਆਪਣੇ ਸਿੱਧਾ ਦਾ ਮਾਣ ਦੂਰ ਕਰਨਾ ਸੀ ਉਹਨੇ। ਗੋਰਖ ਨੇ ਜਦੋਂ ਸੁਣਿਆ ਵੀ ਇਹ ਤਾਂ ਮਹਾਨ ਪੁਰਖ ਹਨ, ਅਕਾਲ ਪੁਰਖ ਪ੍ਰਮਾਤਮਾ ਹਨ, ਇਹ ਸਾਡੇ ਥੱਲੇ ਨਹੀਂ ਆਉਣਗੇ, ਇਹ ਸਾਡਾ ਜੋਗ ਪੰਥ ਨਹੀਂ ਕਬੂਲ ਕਰਨਗੇ। ਲਾਏ ਅਬੇਸ਼ਕਤੀ ਪਰਖੋਂ, ਮੁਖ ਬੋਲਤ ਐ ਕਿਦੋਂ ਸਾਚੋ ਪਿਆਹੀ। ਫਿਰ ਵੀ ਸੋਚਦਾ ਹੈ, ਫਿਰ ਵੀ ਪਰਖ ਲਵਾਂ ਇਹਨਾਂ ਨੂੰ। ਆਪਣੀ ਸ਼ਕਤੀ ਵਿਖਾ ਕੇ ਪਰਖਾਂ ਦੇ ਸਹੀ ਗੱਲਾਂ ਹੀ ਕਰਦੇ ਨੇ ਕਿ ਇਹਨਾਂ ਵਿੱਚ ਹੈ ਵੀ ਕੁਝ। ਦੇਖਾਂ ਵੀ ਰਿੱਧ ਸਿੱਧ ਹੈ ਇਹਨਾਂ ਵਿੱਚ, ਨਾਮ ਦੀ ਬਖਸ਼ਿਸ਼ ਹੈ ਕਿ ਨਹੀਂ। ਇਹ ਪਰਖਾਂ ਇਹਨਾਂ ਨੂੰ। ਜਾਸ ਸੇਲਾ ਪਰ ਬੈਸੇ ਗੁਰੂ, ਬਲ ਕੀਨ ਓਡਾਵਨ ਕੋ ਬਹੁਤਾਈ। ਸਭ ਤੋਂ ਪਹਿਲਾ ਬਲ ਲਗਾਇਆ ਗੋਰਖਨਾਥ ਨੇ। ਜਿਸ ਸਿਲਾ ਉੱਤੇ ਪਾਤਸ਼ਾਹ ਬੈਠੇ ਸਨ ਨਾ, ਪੱਥਰ ਦੀ ਸਿਲਾ ਸੀ ਵੱਡੀ ਜੀ, ਗੁਰੂ ਨਾਨਕ ਪਾਤਸ਼ਾਹ, ਭਾਈ ਬਾਲਾ ਜੀ, ਮਰਦਾਨਾ ਜੀ ਬੈਠੇ। ਸੋਚਦਾ ਗੋਰਖਨਾਥ ਇਹ ਸਿਲਾ ਨੂੰ ਉਡਾ ਦੇਵਾਂ, ਦੇਖਾਂਗਾ ਰੁਕਦੇ ਕਿ ਨਹੀਂ ਰੁਕਦੇ।
ਤੇ ਉਹਨੇ ਆਪਣੀ ਸ਼ਕਤੀ ਨਾਲ ਉਹ ਸਿਲਾ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਨੈਕ ਹਾਲੀ ਨਹਿ ਅੰਗਤ ਲਾਤ ਸੀ, ਜਾਣਿਓ ਪਰ ਤਾਪ ਸਹੀ ਮਨ ਮਾਈ। ਜਿਵੇਂ ਤ੍ਰੇਤੇ ਵਿੱਚ ਅੰਗਦ ਜੀ ਦੀ ਲੱਤ ਨਹੀਂ ਹਿਲੀ ਨਾ ਖਾਲਸਾ ਜੀਓ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ, ਇਹ ਤਾਂ ਅਕਾਲ ਪੁਰਖ ਪਰਮਾਤਮਾ ਹਨ ਖਾਲਸਾ ਜੀਓ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਮਹਾਰਾਜ, ਉਹ ਜਿਸ ਸਿਲਾ ਤੇ ਬੈਠੇ ਹਿਲ ਜਾਵੇਗੀ, ਉਹ ਗੁਰੂ ਦਾ ਅਰਥ ਹੀ ਭਾਰੀ ਹੁੰਦਾ ਹੈ, ਤੇ ਮਹਾਰਾਜ ਪਹਾੜ ਤੋਂ ਵੱਧ ਭਾਰੀ ਆਪ ਹਨ। ਭਾਵੇਂ ਜੋਤ ਰੂਪ ਹਨ ਪਰ ਭਾਰੀ ਵੀ ਹਨ ਖਾਲਸਾ ਜੀਓ। ਗੁਰੂ ਨਾਨਕ ਪਾਤਸ਼ਾਹ ਜਿਸ ਸਿਲਾ ਤੇ ਬੈਠੇ ਉਹ ਟਸ ਤੋਂ ਮਸ ਨਹੀਂ ਹੋਈ, ਥੋੜੀ ਵੀ ਉੱਥੋਂ ਹਿਲੀ ਨਹੀਂ। ਸਵਈਆ ਯੋਂ ਕਰ ਗੋਰਖ ਲੋਪ ਪਇਓ, ਔਰ ਬੀਚ ਵਿਚਾਰਤ ਜਾਵਤ ਸੋਈ। ਇਸ ਤਰ੍ਹਾਂ ਇਹ ਖਰਗੇ ਨਾ ਗੋਰਖ ਅਲੋਪ ਹੋ ਗਿਆ ਵੀ ਇੱਥੋਂ ਨਾ ਮੈਨੂੰ ਗਾਲੇ ਪੈਣੀਆਂ, ਭੱਜ ਜਾਵਾਂ ਫਟਾਫਟ ਇੱਥੋਂ, ਡਾਂਗਾ ਪੈਣੀਆਂ ਇੱਥੋਂ ਤਾਂ ਮੈਨੂੰ। ਇਹ ਸ਼ਕਤੀ ਵਿਖਾ ਕੇ ਨਾ ਫਟਾਫਟ ਅਲੋਪ ਹੋ ਗਿਆ ਤੇ ਉੱਥੇ ਪਹੁੰਚ ਗਿਆ ਜਿੱਥੇ ਇਹਦੇ ਸਿੱਧ ਸਨ, ਇਹਦੇ ਚੇਲੇ ਬੈਠੇ ਸਨ, ਤੇ ਉਹਨਾਂ ਦੇ ਕੋਲ ਸਿੱਧ ਮੰਡਲੀ ਵਿੱਚ ਜਾ ਕੇ ਪਹੁੰਚ ਗਿਆ। ਹੋਏ ਵੱਡੋ ਪਰਤਾਪ ਸੰਸਾਰੇ। ਇਹ ਆਖਦਾ ਹੈ, ਮਨ ਵੀ ਸੋਚਦਾ ਹੈ ਕਿ ਜੇ ਇਹ ਪੁਰਖ ਸਾਡੇ ਮਤ ਵਿੱਚ ਆ ਜੇ ਨਾ, ਸਾਡਾ ਬਹੁਤ ਜਸ ਹੋਵੇਗਾ ਦੁਨੀਆ ਵਿੱਚ। ਸਾਰੇ ਕਹਿਣਗੇ ਕਿ ਗੁਰੂ ਨਾਨਕ ਮਹਾਰਾਜ ਗੋਰਖ ਮੰਡਲੀ ਵਿੱਚ ਆ ਗਏ ਹਨ। ਗੁਰੂ ਨਾਨਕ ਮਹਾਰਾਜ ਨੇ ਗੋਰਖ ਮੰਡਲੀ ਨੂੰ ਕਬੂਲ ਕਰ ਲਿਆ ਹੈ, ਤੇ ਇਹਨਾਂ ਦੇ ਆਣ ਕਰਕੇ ਸਾਰੀ ਦੁਨੀਆ ਸਾਡੀ ਚੇਲੀ ਬਣ ਜਾਵੇਗੀ। ਜੋ ਹਮਰੋ ਇਹ ਸੇਵਕ ਹੋਈ। ਜੇ ਇਹ ਸਾਡਾ ਸੇਵਕ ਬਣ ਗਿਆ ਤੇ ਸਾਰੇ ਸਾਡੇ ਸੇਵਕ ਬਣ ਜਾਣਗੇ। ਪੰਥ ਪ੍ਰਕਾਸ਼ ਵਿਸਾਲ ਕਰੇ ਮਮ। ਸਾਡਾ ਜਿਹੜਾ ਪੰਥ ਹੈ ਜੋਗ ਪੰਥ, ਗੋਰਖ ਦਾ ਪੰਥ ਬੜਾ ਵੱਡਾ ਹੋ ਜਾਏਗਾ, ਬਹੁਤ ਵਿਸ਼ਾਲ ਹੋ ਜਾਵੇਗਾ। ਜਾਂ ਸਮ ਔਰ ਨਾ ਦੀਸਤ ਕੋਈ। ਇਹਨਾਂ ਵਰਗਾ ਕੋਈ ਹੋਰ ਨਜ਼ਰ ਨਹੀਂ ਆ ਰਿਹਾ। ਗੋਰਖ ਸੋਚਦਾ ਆਪਣੇ ਮਨ ਹੀ ਮਨ ਵਿੱਚ ਕਿ ਧੰਨ ਹਨ ਗੁਰੂ ਨਾਨਕ ਮਹਾਰਾਜ। ਪਹਿਲੀ ਵਾਰੀ ਮੈਂ ਦਰਸ਼ਨ ਕੀਤੇ ਐਸੇ ਮਹਾਂਪੁਰਖ ਦੇ ਕਿ ਜਿਨ੍ਹਾਂ 'ਚ ਇਤਨੀ ਸ਼ਕਤੀ, ਪੱਥਰ ਨਹੀਂ ਹਿਲਿਆ, ਟਸ ਤੋਂ ਮਸ ਨਹੀਂ ਹੋਏ, ਇਤਨੀ ਸ਼ਕਤੀ ਵਿਖਾਈ, ਇਤਨੀ ਮੈਂ ਗਿਆਨ ਦੀਆਂ ਗੱਲਾਂ ਕੀਤੀਆਂ, ਪਰ ਇਹਨਾਂ ਦਾ ਗਿਆਨ ਪਰੇ ਤੋਂ ਪਰੇ ਹੈ, ਵਿਸ਼ਾਲ ਗਿਆਨ ਹੈ ਇਹਨਾਂ ਦਾ। ਜੇ ਇਹ ਸਾਡੇ ਮਤ ਵਿੱਚ ਆ ਜਾਣ ਤੇ ਸਾਡਾ ਮਤ ਵੱਡਾ ਹੋ ਜਾਵੇਗਾ। ਮਾਨੇ ਆਨ ਜੇ ਦੇਸ਼ ਮਹਾਨ, ਬਨੇ ਸਭ ਥਾਨ ਮੈਂ ਸੇਵਕ ਲੋਈ। ਜੇ ਇਹ ਸਾਡੇ ਧਰਮ ਵਿੱਚ ਆ ਜਾਣ, ਬਾਕੀ ਸਾਰੇ ਹੀ ਸਾਡੇ ਧਰਮ ਨੂੰ ਮੰਨਣਗੇ, ਕਿਉਂਕਿ ਗੁਰੂ ਨਾਨਕ ਮਹਾਰਾਜ ਦੇ ਪੰਥੀ ਬੜੇ ਹਨ, ਇਹਨਾਂ ਦੇ ਸਿੱਖ ਅਨੇਕ ਹੀ ਹਨ। ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਜਾਣਗੇ ਉਹ ਸਾਰੇ ਸਾਡੇ ਧਰਮ ਵਿੱਚ ਆਣਗੇ ਵੀ ਗੁਰੂ ਨਾਨਕ ਮਹਾਰਾਜ ਜੋਗੀ ਬਣ ਗਏ, ਅਸੀਂ ਵੀ ਜੋਗੀ ਬਣ ਜਾਈਏ, ਤੇ ਸਾਰੀ ਦੁਨੀਆ ਇਸ ਤਰ੍ਹਾਂ ਸੋਚੇਗੀ। ਦੋਹਰਾ ਏਕ ਗ੍ਰਾਮ ਕੋ ਭੂਪ ਜਿਉ, ਚਹਿਤ ਚਤੁਰ ਦਿਸ਼ਾ ਜੀਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ, ਜਿਵੇਂ ਇੱਕ ਛੋਟੇ ਜਿਹੇ ਪਿੰਡ ਦਾ ਚੌਧਰੀ ਹੋਵੇ ਨਾ, ਉਹਦੀ ਤ੍ਰਿਸ਼ਨਾ ਵੱਧ ਜਾਂਦੀ ਹੈ ਕਿ ਹੁਣ ਤਾਂ ਮੈਂ ਸਾਰੇ ਦੇਸ਼ ਨੂੰ ਜਿੱਤ ਲਵਾਂ। ਛੋਟੇ ਜਿਹੇ ਪਿੰਡ ਦਾ ਸਰਪੰਚ ਹੋਵੇ, ਲੰਬੜਦਾਰ ਹੋਵੇ ਨਾ, ਕਹਿੰਦਾ ਹੁਣ ਤਾਂ ਮੈਂ ਥੋੜਾ ਜਿਹਾ ਵੱਡਾ ਬਣ ਜਾਵਾਂ, MLA ਬਣ ਜਾਵਾਂ, ਫਿਰ MP ਬਣ ਜਾਵਾਂ, ਫਿਰ ਕੋਈ ਹੋਰ ਮੰਤਰੀ ਬਣ ਜਾਵਾਂ, ਕੈਬਨਿਟ ਦਾ ਮੰਤਰੀ ਬਣ ਜਾਵਾਂ, ਫਿਰ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ, ਫਿਰ ਮੈਂ ਇਸ ਤੋਂ ਵੱਡਾ ਹੋ ਜਾਵਾਂ। ਗੋਰਖ ਦੇ ਮਨ ਵਿੱਚ ਇਹੀ ਤਮੰਨਾ ਜਾਗ ਪਈ ਕਿ ਜੇ ਤਾਂ ਮੇਰੇ ਚੇਲੇ ਥੋੜੇ ਹਨ, ਜੇ ਇਹ ਗੁਰੂ ਨਾਨਕ ਮਹਾਰਾਜ ਮੇਰੇ ਪੰਥ ਵਿੱਚ ਆ ਜਾਣ, ਇਹ ਜੋਗੀ ਬਣ ਜਾਣ, ਤੇ ਮੈਂ ਹੋਰ ਵੱਡਾ ਹੋ ਜਾਵਾਂਗਾ। ਗੋਰਖ
ਇੱਛਾ ਕਰਤ ਤਿਉ ਜਿਉ ਪ੍ਰਾਪਤ ਵਿਪਰੀਤ। ਗੋਰਖ ਇਹ ਇੱਛਾ ਕਰਦਾ ਹੈ, ਪਰ ਇੱਛਾ ਇਹਦੀ ਉਲਟ ਹੈ ਖਾਲਸਾ ਜੀਓ। ਇਹ ਤਾਂ ਚਾਹੁੰਦਾ ਹੈ ਰੱਬ ਨੂੰ ਕਾਬੂ ਕਰ ਲਵਾਂ। ਰੱਬ ਨੂੰ ਕਾਬੂ ਕਰਨਾ ਬੜਾ ਔਖਾ ਹੈ। ਰੱਬ ਨੂੰ ਜੱਫੀ ਪਾਣੀ ਪਾ ਸਕਦਾ ਕੋਈ? ਪ੍ਰੇਮ ਨਾਲ ਪਾ ਲਵੇਗਾ। ਪ੍ਰੇਮ ਦੀ ਡੋਰੀ ਨਾਲ ਸਭ ਪਾ ਸਕਦੇ, ਪਰ ਜਿਹੜਾ ਕਵੇ ਜੀ ਮੈਂ ਜਿੱਤ ਲਵਾਂ ਆਪਣੇ ਧਰਮ ਨਾਲ, ਆਪਣੇ ਗਿਆਨ ਨਾਲ, ਆਪਣੀ ਸ਼ਕਤੀ ਨਾਲ, ਉਹ ਨਹੀਂ ਜਿੱਤ ਸਕਦਾ। ਸਵਈਆ ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ ਰਿਦੇ ਬਹੁ ਚਿੰਤੇ ਉਪਾਏ। ਇਹ ਗੋਰਖਨਾਥ ਉੱਥੋਂ ਉੱਡ ਕੇ ਨਾ ਸ਼ਕਤੀ ਦੇ ਮਾਲਕ ਸੀ ਖਾਲਸਾ ਜੀ। ਇਹ ਸਭ ਰਿੱਧੀਆਂ ਸਿੱਧੀਆਂ ਹੁੰਦੀਆਂ। ਅੱਖੋ ਸਤਨਾਮ ਸ੍ਰੀ ਵਾਹ। ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਹੀ ਸਵਾਦ ਹੈ। ਅਸਲ ਸਵਾਦ ਹੈ ਹਉਮੈ ਦਾ। ਇਹ ਸਾਧ ਸਵਾਦ ਕਿ ਹਉਮੈ ਦਾ ਸਵਾਦ ਹੈ। ਇਹ ਹਉਮੈ ਦੇ ਸਵਾਦ ਕਰਕੇ ਉੱਥੋਂ ਉਡਾਰੀ ਮਾਰੀ ਇਹਨੇ। ਇਹ ਖਿੰਨ ਵਿੱਚ ਪਹੁੰਚ ਗਿਆ ਆਪਣੀ ਸਿੱਧ ਮੰਡਲੀ ਵਿੱਚ, ਜਿੱਥੇ ਮਹਾਨ ਸਿੱਧ ਬੈਠੇ ਸਨ। ਮਛਿੰਦਰ ਨਾਥ ਵਰਗੇ, ਲੋਹਾਰਿਪਾ ਵਰਗੇ, ਝਰਪੜ ਵਰਗੇ, ਔਧੂ ਨਾਥ ਵਰਗੇ, ਲੰਗਰ ਵਰਗੇ, ਝੰਗਰ ਵਰਗੇ ਬੈਠੇ ਸਨ। ਉੱਥੇ ਪਹੁੰਚ ਗਿਆ। ਇਤ ਸ਼ੀਰੀ ਗੁਰ ਸੋ ਮਰਦਾਨਾ ਤਬੇ ਹਿਤ ਬੂਜਨ ਕੇ ਮੁਖ ਵਾਕੇ ਉਚਾਰੇ। ਇਧਰ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਮਰਦਾਨਾ ਜੀ ਪੁੱਛਦੇ ਹਨ, ਪਾਤਸ਼ਾਹ ਦੇ ਕੋਲ ਬੇਨਤੀ ਕਰਦੇ, ਦੱਸੋ ਮਹਾਰਾਜ ਜੀ। ਸਵਿਤਾ ਨਹਿ ਦੀਸਤ ਹੈ ਕਰੁਣਾ ਨਿਧ ਜੋ ਹਮ ਉਰਦ ਔਰ ਨਿਹਾਰੇ। ਐ ਰੱਬ ਜੀ, ਦੇਖਦਾ ਵਾਂ ਸੂਰਜ ਨਜ਼ਰ ਨਹੀਂ ਆ ਰਿਹਾ। ਲੱਗਦਾ ਸਾਡੇ ਨੀਵੇਂ ਲੰਘ ਗਏ, ਸਾਡੇ ਤੋਂ ਥੱਲੇ ਹੋ ਗਏ ਮਹਾਰਾਜ। ਉਰਦ ਥੱਲੇ ਹੋ ਗਏ ਪਾਤਸ਼ਾਹ। ਐ ਮੇਰੇ ਪਾਤਸ਼ਾਹ ਜੀ, ਸੂਰਜ ਜਿਹੜਾ ਦੁਨੀਆ ਨੂੰ ਪ੍ਰਕਾਸ਼ ਕਰਨ ਵਾਲਾ ਦੇਵਤਾ ਹੈ, ਇਹ ਨਜ਼ਰ ਨਹੀਂ ਆ ਰਿਹਾ। ਗੁਰ ਪਾਖਤ ਨੀਚੇ ਕੋ ਡੀਠ ਕਰੋ ਪਸ਼ਚਾਤ ਦਿਸ਼ਾਹੂ ਕੀ ਔਰ ਪਧਾਰੇ। ਪਾਤਸ਼ਾਹ ਕਹਿੰਦੇ ਉਹ ਵੇਖ ਪੱਛਮ ਵਾਲੇ ਪਾਸੇ, ਉਸ ਪਾਸੇ ਵੱਲ ਹੁਣ ਉਹ ਛੁਪਣ ਵਾਲਾ, ਭਾਵ ਉਹਦੀ ਗਤੀ ਉਲਟ ਹੋ ਗਈ ਹੈ। ਉਹ ਸਾਹਮਣੇ ਦੇਖ ਪਰਲੇ ਪਾਸੇ ਹੈ, ਸਾਡੇ ਤੋਂ ਥੱਲੇ ਰਹਿ ਗਿਆ ਹੈ ਖਾਲਸਾ ਜੀ। ਇਹਦਾ ਭਾਵ ਹੈ ਕਿ ਸੂਰਜ ਚੰਦ ਵੀ, ਇਹ ਵੀ ਖਾਲਸਾ ਜੀ ਰੱਬ ਦੇ ਦਰ ਤੋਂ ਛੋਟੇ ਛੋਟੇ ਦੀਵੜੇ ਹਨ। ਚੰਦ ਸੂਰਜ ਦੋਏ ਦੀਵੜੇ, ਇਹ ਦੀਵੜੇ ਹਨ। ਜਦੋਂ ਕੋਈ ਖਾਲਸਾ ਉੱਚੀਆਂ ਉਡਾਰੀਆਂ ਵੱਲ ਜਾਂਦਾ, ਆਤਮਦਰਸ਼ੀ ਬਣ ਜਾਂਦਾ ਹੈ, ਉਹਨੂੰ ਦੀਵੇ ਨਜ਼ਰ ਆਉਂਦੇ ਹਨ। ਪਾਤਸ਼ਾਹ ਕਹਿੰਦੇ ਉਹ ਦੇਖੋ ਮਰਦਾਨਾ ਜੀ, ਪੱਛਮ ਵਾਲੇ ਪਾਸੇ ਸਾਡੇ ਤੋਂ ਥੱਲੇ ਹੀ ਉਹ ਨਜ਼ਰ ਆ ਰਿਹਾ ਹੈ। ਦੋਹਰਾ ਕੀਤੀ ਦੂਰ ਹੈ ਤਰਾ ਤੇ ਉੱਚੇ ਸੂਰਜ ਚੰਦ। ਐ ਮਹਾਰਾਜ ਇਹ ਦੱਸੋ, ਧਰਤੀ ਤੋਂ ਸੂਰਜ ਅਤੇ ਚੰਦ ਮਹਾਰਾਜ ਕਿਤਨੀ ਦੂਰ ਹੋਣਗੇ? ਧਰਤੀ ਤੋਂ ਕਿੰਨੇ ਉੱਚੇ ਹੋਣਗੇ? ਕਿਤਨਾ ਇਹਨਾਂ ਦਾ ਪੈਂਡਾ ਹੈ? ਪੁਨ ਉਡਗਨ ਕੀ ਬਾਰਤਾ ਕਈਏ ਸਭੈ ਮੁਕੰਦ। ਐ ਮੁਕਤੀ ਦਾਤੇ ਪਾਤਸ਼ਾਹ ਜੀ, ਇਹ ਵੀ ਦੱਸੋ ਮਹਾਰਾਜ ਕਿ ਤਾਰੇ ਕਿਤਨੀ ਦੂਰ ਹਨ ਮਹਾਰਾਜ? ਸੂਰਜ ਕਿੰਨੀ ਦੂਰ ਹੈ, ਚੰਦਰਮਾ ਕਿੰਨੀ ਦੂਰ ਹੈ ਧਰਤੀ ਤੋਂ, ਤੇ ਤਾਰੇ ਕਿੰਨੀ ਦੂਰ ਹਨ? ਸਵਈਆ ਜੋਜਨ ਲੱਖ ਲਖੋ ਉਰ ਮੇ ਤਰ ਊਚੋ ਈਤੋ ਰਵ ਕੋ ਰਥ ਜਾਈ। ਪਾਤਸ਼ਾਹ ਕਹਿੰਦੇ ਸੁਣੋ ਜੀ ਮਰਦਾਨਾ ਜੀ, 1 ਲੱਖ ਯੋਜਨ ਧਰਤੀ ਤੋਂ ਸੂਰਜ ਉੱਚੇ ਹੈ। ਇਹਦਾ ਰਥ ਇਤਨਾ ਉੱਤੇ ਜਾਂਦਾ ਹੈ। ਸੂਰਜ ਦੇ 12 ਰਥ ਹਨ ਖਾਲਸਾ ਜੀਓ, ਜਿਹਨੂੰ ਕਹਿੰਦੇ 12 ਸੰਗਰਾਂਦ, 12 ਰਾਸ਼ੀਆਂ। ਉਹ 1 ਮਹੀਨੇ ਬਾਅਦ ਆਪਣਾ ਰਥ ਬਦਲਦਾ ਹੈ। ਸੰਕਰਾਂਤ, ਸੰਗ ਭਲੀ ਕ੍ਰਾਂਤ, ਤਬਦੀਲੀ ਆਉਣੀ। ਭਲੀ ਪ੍ਰਕਾਰ ਤੇ ਤਬਦੀਲੀ ਆਉਂਦੀ, ਉਹਨੂੰ ਕਹਿੰਦੇ ਸੰਕ੍ਰਾਂਤੀ। ਤੇ ਜਦੋਂ ਆਪਣਾ ਰਥ ਚੇਂਜ ਕਰਦਾ ਹੈ ਤੇ ਇਤਨਾ ਰਥ ਉਹਦਾ ਉੱਚੇ ਹੈ ਧਰਤੀ ਤੋਂ। 1 ਲੱਖ ਯੋਜਨ, ਤੇ 1 ਯੋਜਨ ਵਿਦਵਾਨਾਂ ਨੇ ਗਿਣਤੀ ਦੀ ਛੋਟੀ ਵੱਡੀ ਵੀ ਕੀਤੀ ਹੈ।
ਪਰ ਭਾਈ ਵੀਰ ਸਿੰਘ ਨੇ ਤੇ ਗਿਣਤੀ ਕੀਤੀ ਖਾਲਸਾ ਜੀਓ 4 ਕੋਹ ਤੱਕ ਯੋਜਨ ਹੁੰਦਾ ਹੈ, ਤੇ ਹਿਸਾਬ ਲਾ ਲਓ 1 ਲੱਖ ਯੋਜਨ ਤੇ 4 ਕੋਹ, 4 ਲੱਖ ਯੋਜਨ, 4 ਲੱਖ ਕੋਹ, ਇਤਨਾ ਧਰਤੀ ਤੋਂ ਉੱਤੇ ਹੈ ਖਾਲਸਾ ਜੀਓ। ਤੇ 1 ਕੋਹ ਹੁੰਦਾ ਲਗਭਗ 4.5 ਮੀਲ ਦਾ, ਤੇ ਜਿਹੜਾ ਮੀਲ ਹੈ ਕਿਲੋਮੀਟਰ ਤੋਂ ਥੋੜਾ ਜ਼ਿਆਦਾ ਹੁੰਦਾ ਹੈ। ਹਿਸਾਬ ਲਾਈ ਜਾਓ ਆਪੇ ਵੀ ਕਿੰਨਾ ਕਿੰਨਾ ਬਣਦਾ ਹੈ। ਭਾਵ ਮਰਦਾਨਾ ਜੀ 1 ਲੱਖ ਯੋਜਨ ਧਰਤੀ ਤੋਂ ਉੱਤੇ ਹੈ, ਤੇ 4 ਲੱਖ ਕੋਹ ਇਹ ਧਰਤੀ ਤੋਂ ਉੱਤੇ ਹੈ। ਇਹਦਾ ਰਥ ਇਤਨਾ ਉੱਚਾ ਉੱਡਦਾ ਹੈ ਤਿਤ ਨੋ ਤਿਸ ਤੇ ਸਸ ਊਰਦ ਤਾਰਨ ਕੀ ਮੇਰ ਜਾਦ ਨਾ ਕਾਈ। ਇਤਨਾ ਹੀ ਚੰਦਰਮਾ ਉੱਚਾ ਹੈ, ਉਹ ਵੀ 1 ਲੱਖ ਯੋਜਨ ਹੈ, 4 ਲੱਖ ਕੋਹ ਹੈ, ਤੇ ਤਾਰਿਆਂ ਦੀ ਗਿਣਤੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਹੁਤ ਉੱਚੇ ਹਨ ਪਾਤਸ਼ਾਹ ਕਹਿੰਦੇ, ਇਹਦੀ ਗਿਣਤੀ ਨਹੀਂ। ਹੁਣ ਹਿਸਾਬ ਲਤਾਈ ਦਾ ਤਾਰੇ ਛੋਟੇ ਛੋਟੇ ਨਜ਼ਰ ਆਉਂਦੇ ਖਾਲਸਾ ਜੀ, ਇਹ ਬਹੁਤ ਉੱਚੇ ਹਨ। ਪਾਤਸ਼ਾਹ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ, ਉਹ ਤਾਂ ਮਰਿਆਦਾ ਤੋਂ ਰਹਿਤ ਹਨ। ਉੱਚੇ ਆਦੋ ਤਿੰਨ ਕੇ ਪੁਰ ਹੈ ਸਭ ਕੇ ਸਿਰ ਉਪਰ ਧਰੂ ਸੁਹਾਈ। ਇਹ ਸਾਰੇ ਉੱਚੇ ਹਨ, ਪਰ ਇਹਨਾਂ ਤੋਂ ਉੱਚੇ ਵੀ ਕੋਈ ਹੈ। ਉੱਥੇ ਇਹ ਨੀਵੇਂ ਰਹਿ ਜਾਂਦੇ, ਉਰਦ ਇਹ ਨੀਵੇਂ ਰਹਿ ਜਾਂਦੇ ਨੇ। ਇਹਨਾਂ ਤੋਂ ਨੀਵੇਂ ਕੌਣ? ਇਹ ਤਾਰੇ, ਇਹ ਚੰਦਰਮਾ, ਇਹ ਸੂਰਜ ਨੀਵੇਂ ਰਹਿ ਜਾਂਦੇ। ਇਹਨਾਂ ਤੋਂ ਉੱਤੇ ਇੱਕ ਹੋਰ ਹੈ, ਉਹ ਧਰੂ ਹੈ, ਧਰੂ ਦੀ ਨਗਰੀ, ਧਰੂ ਤਾਰਾ, ਉਹ ਸਭ ਤੋਂ ਉੱਤੇ ਹੈ। ਬਾਰਕ ਪੰਜ ਹੀ ਸੰਮਤ ਕੋ ਹਠ ਕੀਨ ਵਡੋ ਜਿਨ ਕਾਲ ਕਮਾਈ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦਾ ਬੱਚਾ, ਇਹਨੇ ਹਠ ਕੀਤਾ। ਉਦਾਨ ਪਾਦ ਇਹਦਾ ਪਿਤਾ। ਇੱਕ ਦਿਨ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲਿੱਤਾ, ਤੇ ਆ ਕੇ ਨਾ ਪਿਤਾ ਦੀ ਗੋਦੀ 'ਚ ਬੈਠ ਗਿਆ ਖਾਲਸਾ ਜੀ। ਇਹਦੀ ਮਤਰੇਈ ਮਾਂ ਨੇ ਵੇਖਿਆ, ਚੁੱਕ ਕੇ ਬਾਹਰ ਮਾਰਿਆ, ਚੱਕ ਕੇ ਨੂੰ ਬਾਂਹ ਤੋਂ ਫੜ ਕੇ, ਪਰੇ ਮਾਰੋ, ਜੇ ਇੱਥੇ ਬਹਿਣਾ ਸੀ ਤਾਂ ਮੇਰੀ ਕੁੱਖ ਤੋਂ ਜਨਮ ਲੈਂਦਾ। ਧਰੂ ਖਾਲਸਾ ਰੋਂਦਾ ਰੋਂਦਾ, ਅੱਖਾਂ ਮਲਦਾ ਮਲਦਾ ਆਪਣੀ ਮਾਂ ਕੋਲ ਚਲਾ ਗਿਆ, ਇਹਦੀ ਅਸਲ ਮਾਂ। ਪੁੱਛਣ ਲੱਗਾ, ਮਾਂ ਇਹ ਦੱਸ, ਤੂੰ ਦਾਸੀ ਹੈ ਕਿ ਰਾਣੀ ਹੈ, ਨੁਕਰਾਣੀ ਹੈ ਕਿ ਮਹਾਰਾਣੀ ਹੈ? ਮਾਂ ਕਹਿਣ ਕਿ ਬੇਟਾ ਕੀ ਗੱਲ ਬਣ ਗਈ? ਕਹਿੰਦਾ ਦੱਸ ਮਾਂ, ਪਹਿਲਾਂ ਗੱਲ ਕੀ ਹੈ, ਤੂੰ ਰਾਣੀ ਹੈ ਕਿ ਮਹਾਰਾਣੀ ਹੈ ਜਾਂ ਦਾਸੀ ਹੈ? ਮਾਂ ਸਮਝ ਗਈ ਕੋਈ ਭਾਣਾ ਵਰਤਿਆ, ਅੱਜ ਰੋ ਰਿਹਾ ਸੀ। ਤੇ ਮਾਂ ਨੇ ਕਿਹਾ, ਬੇਟਾ ਮੇਰਾ ਜਨਮ ਰਾਜਿਆਂ ਦੇ ਘਰ ਹੋਇਆ, ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਮੈਂ ਨਾਮ ਜਪਿਆ ਨਾ ਭਗਤੀ ਕੀਤੀ, ਇਸ ਕਰਕੇ ਮੈਂ ਹੁਣ ਦਾਸੀ ਬਣ ਗਈ ਹਾਂ। ਧਰੂ ਪੁੱਛਦਾ ਆਪਣੀ ਮਾਂ ਤੋਂ, ਦੱਸ ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਕਿਹੜਾ ਉਦਮ ਹੈ ਰਾਜ ਮਿਲੇਗਾ ਹੁਣ? ਤੇ ਮਾਂ ਨੇ ਕੀ ਆਖਿਆ? ਪਰਮੇਸ਼ਰ ਨੂੰ ਜਪ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ। ਬੇਟਾ ਰੱਬ ਨੂੰ ਯਾਦ ਕਰ, ਬਸ ਪਤਿਤ ਤੋਂ ਵੀ ਪੁਨੀਤ ਹੋ ਜਾਓਗੇ, ਰਾਜ ਸਾਥ ਤੁਹਾਡੇ ਕਰਮਾਂ 'ਚ ਆਉਣਗੇ। ਤੇ 5 ਸਾਲ ਦਾ ਬੱਚਾ ਘਰ ਤੋਂ ਤੁਰਿਆ ਖਾਲਸਾ ਜੀਓ, ਜੰਗਲ ਵੱਲ ਜਾ ਰਿਹਾ ਸੀ। ਰਸਤੇ 'ਚ ਨਾਰਦ ਮੁਨੀ ਜੀ ਮਿਲੇ, ਪਰਖ ਕੀਤੀ ਇਹਦੀ, ਬੇਟਾ ਕਿੱਧਰ ਜਾ ਰਹੇ ਹੈ? ਸਾਧਨਾ ਕਰਨ ਜਾ ਰਹੇ ਹਾਂ ਜੀ। ਕਿਸ ਲਈ? ਰਾਜ ਪ੍ਰਾਪਤ ਕਰਨਾ ਹੈ। ਬੇਟਾ ਜੰਗਲ ਵਿੱਚ ਬੜੇ ਜਾਨਵਰ ਹਨ, ਖਾ ਜਾਣਗੇ, ਭੁੱਖਾ ਮਰ ਜਾਏਗਾ। ਕਹਿੰਦਾ ਵੈਸੇ ਵੀ ਤਾਂ ਰੋ ਰੋ ਕੇ ਮਰ ਜਾਵਾਂਗਾ, ਕੋਈ ਗੱਲ ਨਹੀਂ, ਘਬਰਿਆ ਨਹੀਂ। ਦੇਖਿਆ ਨਾਰਦ ਨੇ ਬੱਚਾ ਪੱਕਾ ਹੈ, ਹੱਠ ਕਰਕੇ ਜਾ ਰਿਹਾ, ਬਾਲ ਹੱਠ ਪੱਕਾ ਹੈ। ਕਹਿੰਦਾ ਸ਼ਾਬਾਸ਼ ਬੇਟਾ, ਸ਼ਾਹ ਕੋਈ ਨਹੀਂ ਹੁੰਦਾ ਤੈਨੂੰ। ਤੇ ਉਦੋਂ ਖਾਲਸਾ ਗੁਰਬੰਤਰ ਲੈ ਕੇ ਨਾਰਦ ਮੁਨੀ ਤੋਂ ਤੁਰਿਆ। ਇਸ ਬੱਚੇ ਨੇ ਸਾਧਨਾ ਕੀਤੀ, ਸਾਧਨਾ ਕਰਦੇ ਸ਼ੁਰੂ ਕੀਤੀ ਅਜੇ
ਤੇ ਪਿਓ ਨੇ ਪਿੱਛੋਂ ਬੰਦਾ ਭੇਜਤਾ, ਜਾ ਬੇਟੇ ਨੂੰ ਆਖੋ ਵੀ ਅੱਧਾ ਰਾਜ ਲੈ ਲਵੇ। ਧਰੂ ਕੋਲ ਆਏ ਮੰਤਰੀ ਆਏ, ਬੇਟਾ ਅੱਧਾ ਰਾਜ ਲੈ ਲੈ, ਤੇਰੇ ਪਿਤਾ ਨੇ ਆਖਿਆ। ਧਰੂ ਸੋਚਦਾ ਅਜੇ ਭਗਤੀ ਸ਼ੁਰੂ ਕੀਤੀ ਹੈ, ਅੱਧਾ ਰਾਜ ਮਿਲਣਾ ਸ਼ੁਰੂ ਹੋ ਗਿਆ, ਜੇ ਭਗਤੀ ਕਰਾਂਗਾ ਤਾਂ ਫਿਰ ਕੀ ਹੋਵੇਗਾ? ਧਰਤੀ ਸਮਾਨ ਹਿਲ ਜਾਣਗੇ ਖਾਲਸਾ ਜੀਓ। ਬਸ ਉਹਨੇ ਭਗਤੀ ਸ਼ੁਰੂ ਕੀਤੀ ਤੇ ਕੀ ਮਿਲਿਆ? ਰੱਬ ਦੇ ਕੋਲ ਥਾਂ ਮਿਲ ਗਈ ਉਹਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਚਰਨਾਂ 'ਚ ਥਾਂ ਮਿਲੀ ਉਹਨੂੰ, ਚਰਨਾਂ 'ਚ ਕਹਿ ਲਓ, ਰੱਬ ਦੇ ਨੇੜੇ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਰੱਬ ਨੂੰ ਯਾਦ ਕੀਤਾ, ਬੰਦਗੀ ਕੀਤੀ, ਸਭ ਤੋਂ ਉੱਚੀ ਅਟਾਰੀ ਤੇ ਪਹੁੰਚ ਗਿਆ, ਉਹ ਹੈ ਧਰੂ। ਅੜਿਲ ਸੁਨ ਮਰਦਾਨਾ ਕਹੇ ਪ੍ਰਭੂ ਇੱਕ ਵੇਰ ਜੀ। ਇਹ ਗੱਲ ਸੁਣ ਕੇ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇੱਕ ਵਾਰੀ ਦਰਸ਼ਨ ਕੀਜੇ ਤਾਏ ਜੋ ਸ਼ਿਖਰ ਸੁਮੇਰ ਜੀ। ਤੁਸੀਂ ਕਹਿੰਦੇ ਹੋ ਮਹਾਰਾਜ ਸੁਮੇਰ ਪਰਬਤ ਦੇ ਚੋਟੀ ਤੇ, ਅਖੀਰ ਤੇ, ਅਖੀਰ ਤੇ ਬਾਦਸ਼ਾਹ ਧਰੂ ਹੈ, ਉਹਦੇ ਵੀ ਦਰਸ਼ਨ ਕਰ ਲਈਏ ਮਹਾਰਾਜ। ਪਾਤਸ਼ਾਹ ਦੱਸਦੇ ਹੋ ਵੀ ਧਰੂ ਬਹੁਤ ਉੱਚੀ ਅਟਾਰੀ ਤੇ ਹੈ, ਸੱਚਖੰਡ ਦੇ ਕੋਲ ਹੈ, ਉਸ ਤੋਂ ਅੱਗੇ ਸੱਚਖੰਡ ਹੈ। ਦੇਖੋ ਉੱਚੀ ਅਟਾਰੀ ਤੇ ਧਰੂ, ਇਹਦਾ ਮਤਲਬ ਹੈ ਰਿੱਧੀ ਸਿੱਧੀ ਦੇ ਅਖੀਲੇ ਮੰਡਲ ਤੇ ਜਦ ਜਾ ਕੇ ਜਦੋਂ ਭਗਤੀ ਖਾਲਸਾ ਜੀ ਸਿਖਰ ਤੇ ਪਹੁੰਚੀ, ਉੱਥੋਂ ਧਰੂ ਵਸਦਾ ਹੈ। ਥੱਲੇ ਰਹਿ ਗਈਆਂ ਰਿੱਧੀਆਂ ਸਿੱਧੀਆਂ ਤੇ ਉੱਤੇ ਆ ਗਿਆ ਸੱਚਖੰਡ। ਐ ਮਹਾਰਾਜ ਦਰਸ਼ਨ ਕਰ ਲਈਏ ਧਰੂ ਦੇ ਵੀ ਮਹਾਰਾਜ। ਇਹ ਮਹਾਂਪੁਰਖ ਹੈ, ਸੁਣਿਆ ਪਾਤਸ਼ਾਹ ਕਿਨੇ ਇੰਨੀ ਬੰਦਗੀ ਕੀਤੀ ਹੈ। ਬਾਲਕ ਬੈਸ ਵਿਸਾਲ ਤਪਿਓ ਤਪ ਕਠਨ ਜੈ। ਸਤਿਗੁਰ ਪਾਤਸ਼ਾਹ ਛੋਟੀ ਉਮਰ ਤਪੱਸਿਆ ਕਰਨ ਵਾਲਾ ਇਹ ਮਹਾਤਮਾ ਪੁਰਖ ਸੀ। ਪ੍ਰਹਲਾਦ ਤੇ ਧਰੂ, ਇਹ ਦੋ ਖਾਲਸੇ ਬੱਚੇ ਐਸੇ ਹੋਏ ਜਿਨ੍ਹਾਂ ਨੇ ਬਚਪਨ ਵਿੱਚ ਭਗਤੀ ਕੀਤੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਇਹ ਦੋਵਾਂ ਬੱਚਿਆਂ ਨੇ ਤੇ ਮਹਾਰਾਜ ਧਰੂ ਨੇ ਬੜੀ ਸਾਧਨਾ ਕੀਤੀ, ਬੜਾ ਨਾਮ ਜਪਿਆ, ਤੇ ਉਹਦੇ ਵੀ ਦਰਸ਼ਨ ਕਰ ਲਈਏ। ਹੋ ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮੈਂ। ਅਬ ਚਲ ਪਦਵੀ ਤੇ ਪਹੁੰਚ ਗਿਆ, ਜਿਹੜੀ ਪਦਵੀ ਚਲਾਏ ਮਾਨ ਨਾ ਹੋਵੇ, ਜਿਹੜੀ ਪਦਵੀ ਖਤਮ ਨਾ ਹੋਵੇ, ਉੱਥੇ ਧਰੂ ਪਹੁੰਚ ਗਿਆ ਮਹਾਰਾਜ। ਤੇ ਪਾਤਸ਼ਾਹ ਦਰਸ਼ਨ ਕਰੀਏ ਉਹਦੇ ਵੀ। ਬਿਗਸੇ ਪੰਕਜ ਬਦਨ ਬਚਨ ਮੁਖ ਸੋਪਨਿਓ। ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਮਹਾਰਾਜ ਥੋੜੇ ਹਸੇ, ਮੁਸਕਰਾਏ, ਤੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਮਰਦਾਨਾ ਕਿਆ ਕਹਿਤ ਹਿਰਦੇ ਤੁਮ ਕਿਵ ਗੁਨਿਓ। ਪਾਤਸ਼ਾਹ ਕਹਿੰਦੇ, ਬਾਲਾ ਜੀ ਇਹ ਕੀ ਆਖਦਾ ਮਰਦਾਨਾ ਜੀ? ਮਰਦਾਨਾ ਕਿਆ ਕਹਿਤ, ਮਰਦਾਨਾ ਜੀ ਕੀ ਆਖਦੇ? ਭਾਈ ਬਾਲਾ ਜੀ ਤੁਸੀਂ ਕੀ ਵਿਚਾਰ ਕਰਦੇ ਹੋ? ਹਿਰਦੈ ਕਿਮ, ਤੁਸੀਂ ਕੀ ਸੋਚਦੇ ਹੋ, ਦੱਸੋ ਤੁਸੀਂ ਵੀ। ਆਗੇ ਚਾਹਤ ਚਲਿਓ ਪਿਖਨ ਧਰੂ ਥਾਨ ਕੋ। ਇਹਨਾਂ ਦੇ ਮਨ ਦੀ ਤਮੰਨਾ ਵੀ ਅੱਗੇ ਦਰਸ਼ਨ ਕਰੀਏ ਧਰੂ ਦੇ, ਕਿ ਧਰੂ ਦਾ ਥਾਂ ਵੀ ਵੇਖੀਏ, ਸੱਚਖੰਡ ਵੱਲ ਵੀ ਜਾਈਏ। ਦੱਸੋ ਤੁਹਾਡੀ ਕੀ ਤਮੰਨਾ ਹੈ? ਹੋ ਤੁਮ ਨਿਜ ਮਨ ਕੀ ਦੇਹੋ ਚਾਹੋ ਕੇ ਨਾ ਜਾਣ ਕੋ। ਤੁਸੀਂ ਦੱਸੋ ਬਾਲਾ ਜੀ ਤੁਹਾਡਾ ਮਨ ਕੀ ਕਰਦਾ ਹੈ? ਜਾਣਾ ਤੁਸੀਂ, ਦਰਸ਼ਨ ਕਰਨੇ ਹਨ ਉਸ ਨਗਰੀ ਦੇ ਜਿਸ ਨਗਰੀ ਧਰੂ ਬੈਠਾ ਹੈ, ਸਾਧਨਾ ਵਾਲਾ ਪੁਰਖ ਬੈਠਾ ਹੈ, ਆਤਮ ਰਸੀਆ ਹੈ, ਸਮਾਧੀ ਲਗਾ ਕੇ ਅਜੇ ਵੀ ਜੁੜਿਆ ਹੋਇਆ ਹੈ। ਦਰਸ਼ਨ ਕਰਨੇ ਉਸ ਮਹਾਤਮਾ ਪੁਰਖ ਦੇ। ਦੱਸੋ ਤੁਹਾਡੀ ਕੀ ਤਮੰਨਾ ਹੈ? ਸ਼੍ਰੀ ਅੰਗਦ ਜੀ ਸੁਨੋ ਬਚਨ ਤਬ ਮੈਂ ਕਹੇ। ਭਾਈ ਬਾਲਾ ਜੀ ਕਹਿਣਗੇ, ਸੁਣੋ ਗੁਰੂ ਅੰਗਦ ਦੇਵ ਮਹਾਰਾਜ। ਇਹ ਅੰਗਦ ਦੇਵ ਜੀ ਦਾ ਜ਼ਿਕਰ ਬਾਰ-ਬਾਰ ਕਿਉਂ ਆ ਰਿਹਾ ਹੈ? ਇਹਦਾ ਕਾਰਨ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਸਨ, ਉਹ ਸਾਰੀ ਕਥਾ ਸੁਣਾ ਰਹੇ ਸਨ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ, ਤੇ ਨਾਲ ਨਾਲ ਕਥਾ ਲਿਖਾਈ ਜਾ ਰਹੇ ਸਨ ਖਾਲਸਾ ਜੀ। ਉਹ ਜਨਮ ਸਾਖੀ ਜਿਵੇਂ ਜਿਵੇਂ ਲਿਖਾਈ ਗਈ ਤੇ ਉਹ ਸਾਰੀ ਵਾਰਤਾ ਉਸ ਤਰ੍ਹਾਂ ਚੱਲ ਰਹੀ ਹੈ। ਸੁਣੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਜਦੋਂ ਦਾਸ ਨੂੰ ਪੁੱਛਿਆ ਗੁਰੂ ਨਾਨਕ ਮਹਾਰਾਜ ਜੀ ਨੇ, ਮਰਦਾਨਾ ਜੋ ਕਹਿਤ ਸੋ ਨੀਕੀ ਬਿਦ ਅਹੇ। ਭਾਈ ਬਾਲਾ ਜੀ ਕਹਿਣ ਲੱਗੇ, ਹਾਂ ਮਹਾਰਾਜ, ਜਿਵੇਂ ਮਰਦਾਨਾ ਜੀ ਆਖਦੇ ਪਾਤਸ਼ਾਹ ਉਵੇਂ ਹੀ ਦਰਸ਼ਨ ਕਰਨੇ ਹਨ। ਮੇਰੀ ਵੀ ਤਮੰਨਾ ਹੈ ਮਹਾਰਾਜ,
कैसे महापुरखा के दर्शन करिए पातशाह ਜਿਹੜੇ ਆਪ ਜੁੜੇ ਹੋਏ ਹਨ ਮਹਾਰਾਜ। ਸ਼ਾਇਦ ਮਹਾਰਾਜ ਉਹਨਾਂ ਦੇ ਦਰਸ਼ਨ ਕਰਕੇ ਸਾਡਾ ਬੇੜਾ ਪਾਰ ਹੋ ਜਾਵੇ ਮਹਾਰਾਜ। ਸ਼ਾਇਦ ਪਾਤਸ਼ਾਹ ਕੋਈ ਸਾਡੇ ਹਿਰਦੇ 'ਚ ਕਿਣਕਾ ਜਾਗਵੇ ਤੇ ਨਿਮਰਤਾ ਦਿਖਾ ਰਹੇ ਨੇ ਭਾਈ ਬਾਲਾ ਜੀ ਆਪਣੀ। ਹੈ ਤਾਂ ਆਤਮ ਰਸੀਏ ਨੇ, ਫਿਰ ਵੀ ਖਾਲਸਾ ਆਤਮ ਰਸੀਆ ਬਣ ਕੇ ਵੀ ਨਿਮਰਤਾ ਵਿੱਚ ਰਵੇ ਗੁਰੂ ਕਾ ਪਿਆਰਾ। ਤੇ ਮਹਾਰਾਜ ਦਰਸ਼ਨ ਕਰ ਲਈ ਐਸੇ ਮਹਾਂਪੁਰਖਾਂ ਦੇ। ਜੇ ਊਰਦ ਐ ਥਾਨ ਬਸਤ ਜੇ ਤਿਨੇ ਮੈਂ। ਜਿਹੜੇ ਜਿਹੜੇ ਪਾਤਸ਼ਾਹ ਉਚਲੇ ਥਾਂ ਤੇ ਰਹਿੰਦੇ ਹਨ, ਸੁਮੇਰ ਪਰਬਤ ਉੱਤੇ ਜਿਹੜੇ ਰਹਿੰਦੇ ਨਾ ਮਹਾਰਾਜ, ਪ੍ਰਹਲਾਦ, ਧਰੂ ਆਦਿਕ, ਉਹ ਸਭ ਦੇ ਦਰਸ਼ਨ ਕਰ ਲਵਾਂਗੇ। ਹੋ ਸਭੇ ਬਿਲੋਕਨ ਚਾਹ ਅਧਿਕ ਮਮ ਮਨੈ ਮੈਂ। ਸਾਡੇ ਮਨਾਂ ਵਿੱਚ ਮਮ ਮਨੈ ਮੈਂ, ਮੇਰੇ ਮਨ ਵਿੱਚ ਮਹਾਰਾਜ ਤਮੰਨਾ ਹੈ ਕਿ ਸਭ ਦੇ ਦਰਸ਼ਨ ਹੀ ਕਰ ਲਈ। ਆਏ ਤਾਂ ਹਾਂ ਮਹਾਰਾਜ, ਮੁੜ ਕੇ ਪਤਾ ਨਹੀਂ ਕਦੋਂ ਆਣਾ ਹੈ, ਤੇ ਸਭ ਦੇ ਦਰਸ਼ਨ ਕਰ ਲਈਏ। ਇਸ ਬਿਦ ਹਮ ਕੋ ਬੂਝ ਦੀਨ ਦੁਖ ਭੰਜਨੰ। ਇਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਪੁੱਛ ਕੇ ਮਹਾਰਾਜ ਜੀ ਨੇ ਗਮਨੇ ਆਗੇ ਬਹੁਰ ਮਾਨ ਸਿੱਧ ਗੰਜਨੰ। ਜਿਹੜਾ ਸਿੱਧਾ ਦਾ ਮਾਨ ਦੂਰ ਕਰਨਾ ਹੈ ਮਹਾਰਾਜ, ਐਸੇ ਸਿੱਧਾ ਦੇ ਮਾਨ ਦੂਰ ਕਰਨ ਵਾਲੇ ਗੁਰੂ ਨਾਨਕ ਮਹਾਰਾਜ ਉਸ ਤੋਂ ਅੱਗੇ ਤੁਰ ਪਏ। ਇੱਕ ਪਹਾੜ ਪਰ ਗਏ ਜਾਏ ਬੈਸੇ ਤਬੇ। ਧੰਨ ਗੁਰੂ ਨਾਨਕ ਮਹਾਰਾਜ ਇੱਕ ਪਹਾੜ ਤੇ ਜਾ ਕੇ ਬੈਠ ਗਏ। ਹੋ ਊਨਾ ਤਾਂ ਕੋ ਨਾਮ ਬਤਾਇਓ ਗੁਰ ਤਬੇ। ਗੁਰੂ ਪਾਤਸ਼ਾਹ ਨੂੰ ਪੁੱਛਣ ਲੱਗੇ ਭਾਈ ਬਾਲਾ ਜੀ ਮਹਾਰਾਜ, ਇਹ ਪਹਾੜ ਦਾ ਕੀ ਨਾਂ ਹੈ? ਪਾਤਸ਼ਾਹ ਕਹਿੰਦੇ ਇਹਦਾ ਨਾਮ ਹੈ ਊਨਾ। ਇਹ ਊਨਾ ਸਾਹਿਬ ਇਹ ਨਹੀਂ, ਇਹ ਤਾਂ ਨੇੜੇ ਹੀ ਹੈ ਨਾ, ਉਹ ਤਾਂ ਸੁਮੇਰ ਪਰਬਤ ਵੱਲ ਹੈ ਖਾਲਸਾ ਜੀ। ਉਹ ਪਾਤਸ਼ਾਹ ਕਹਿੰਦੇ ਇਹਦਾ ਨਾਮ ਊਨਾ ਹੈ। ਮਰਦਾਨਾ ਜੀ, ਬਾਲਾ ਜੀ, ਇਹ ਪਹਾੜ ਦਾ ਨਾਮ ਊਨਾ ਹੈ। ਉਤ ਗੋਰਖ ਕੀ ਸੁਨੋ ਬੁਲਾਏ ਸਿੱਧ ਸਭੇ। ਇੱਧਰ ਮਹਾਰਾਜ ਊਨਾ ਪਹਾੜ ਤੇ ਆ ਕੇ ਬੈਠ ਗਏ। ਭਾਈ ਬਾਲਾ ਜੀ ਤੇ ਮਰਦਾਨਾ ਜੀ ਨਾਲ ਹਨ ਖਾਲਸਾ ਜੀ। ਉਧਰ ਹੁਣ ਗੱਲ ਸੁਣੋ ਗੋਰਖ ਦੀ। ਗੋਰਖ ਸੜਦਾ ਬਲਦਾ ਪਹੁੰਚ ਗਿਆ ਆਪਣੀ ਸਿੱਧ ਮੰਡਲੀ ਵਿੱਚ, ਤੇ ਉੱਥੇ ਜਾ ਕੇ ਸਾਰੇ ਸਿੱਧਾਂ ਨੂੰ ਕਹਿਣ ਲੱਗਾ, ਬੈਠੇ ਮਜਲਸ ਲਾਏ ਕੀਏ ਆਸਨ ਤਬੇ। ਸਾਰੇ ਮਜਲਸ ਸਭਾ ਲਗਾ ਕੇ ਬੈਠ ਕੇ, ਸਿੱਧ ਸਭਾ ਕਨ ਆਸਰ ਬੈਠੇ ਸੰਤ ਸਭਾ ਜੈਕਾਰੋ। ਸਾਰੇ ਸਿੱਧ ਆਸਨ ਲਗਾ ਕੇ ਬੈਠ ਗਏ, ਸਭਾ ਲਗਾ ਕੇ ਬੈਠ ਗਏ। ਕਹਿ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਹਿ ਲਿਓ। ਤੇ ਕਈਆਂ ਦੇ ਖਾਲਸਾ ਜੀ ਕੋਲ ਮ੍ਰਿਗ ਚਰਮ ਹੈ। ਮ੍ਰਿਗ ਕਹਿੰਦੇ ਹਿਰਨ, ਹਿਰਨ ਦੀ ਖੱਲ ਹੈ ਕਈਆਂ ਕੋਲ ਖਾਲਸਾ ਜੀ। ਕਈਆਂ ਕੋਲ ਸ਼ੇਰ ਦੀ ਖੱਲ ਹੈ। ਇਹ ਕਿਉਂ ਰੱਖਦੇ? ਇਹਦਾ ਵੀ ਕਾਰਨ ਹੈ ਕਿ ਜਿਹੜੇ ਸਾਧਨਾ ਵਾਲੇ ਪੁਰਖ ਹੁੰਦੇ ਖਾਲਸਾ ਜੀਓ, ਐਵੇਂ ਕਿੰਤੂ ਪਰੰਤੂ ਨਾ ਕਰਿਆ ਕਰੋ। ਸਾਧਨਾ ਵਾਲੇ ਪੁਰਖ ਜਦੋਂ ਸਾਧਨਾ ਕਰਦੇ ਨਾ, ਉਹਨਾਂ ਦੀ એનર્ਜੀ ਥੱਲੇ ਵੇਸਟ ਨਹੀਂ ਹੁੰਦੀ। ਧਰਤੀ ਹਰ ਚੀਜ਼ ਨੂੰ ਖਿੱਚਦੀ ਹੈ ਆਪਣੇ ਵੱਲ। ਤੁਸੀਂ ਸਾਧਨਾ ਕਰੋਗੇ, ਥੱਲੇ ਬੈਠੋਗੇ ਨਾ, ਤੁਹਾਡਾ ਧਿਆਨ ਲੱਗੇਗਾ ਹੀ ਨਹੀਂ ਖਾਲਸਾ ਜੀ। ਤਾਂ ਹੀ ਸਿਆਣੇ ਪੁਰਖ ਥੱਲੇ ਕੋਈ ਚਟਾਈ ਵਜਾਉਂਦੇ, ਮੁਸਲਮਾਨ ਮੁਸੱਲਾ ਵਿਛਾਉਂਦੇ ਖਾਲਸਾ ਜੀ। ਉਹ ਗੁਰੂ ਕੇ ਪਿਆਰੇ ਕੰਬਲ ਆਦਿਕ ਵਿਛਾਉਂਦੇ, ਤਰਾਈ ਵਿਛਾਉਂਦੇ ਨਾ। ਇਹਦਾ ਕਾਰਨ ਇਹੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਸ਼ਕਤੀ ਹੈ, ਆਤਮ ਰਸ ਦੀ ਸ਼ਕਤੀ ਹੈ, ਤੁਹਾਡੀ એનર્ਜੀ ਹੈ, ਨਾਮ ਰਸ ਦੀ ਕਿਰਨਾਂ ਉਹ ਥੱਲੇ ਧਰਤੀ ਖਿੱਚਦੀ ਨਹੀਂ। ਇਹਨੂੰ ਕਹਿੰਦੇ ਗ੍ਰੈਵਿਟੀ। ਧਰਤੀ ਖਿੱਚਦੀ ਹੈ ਆਪਣੇ ਵੱਲ ਗ੍ਰੈਵਿਟੀ ਕਰਕੇ, ਆ ਜਾ ਮੇਰੇ ਕੋਲ ਆ ਜਾ। ਇਹ ਧਰਤੀ ਕੀ ਰੂਪ ਹੈ? ਧਰਤੀ ਕਲਯੁਗੀ ਰੂਪ ਹੈ ਖਾਲਸਾ ਜੀ। ਉਹ ਇਹ ਸਾਧਨਾ ਲੱਗਣ ਦਿੰਦੇ ਨਹੀਂ ਕਿਸੇ ਨੂੰ। ਇਹ ਸਮਾਧੀ ਵੱਲ ਨਾ ਕੋਈ ਜਾਵੇ। ਜੇ ਚਲਾ ਗਿਆ ਤੇ ਮੇਰੇ ਤੋਂ ਉੱਠ ਕੇ ਆਕਾਸ਼ ਵੱਲ ਚਲਾ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਲੋ ਲੈਵਲ ਹੈ, ਆਕਾਸ਼ ਉਤਲਾ ਲੈਵਲ ਹੈ, ਸੱਚਖੰਡ ਦਾ ਲੈਵਲ। ਉਹ ਕਲਯੁਗ ਕਹਿੰਦਾ ਮੇਰੇ ਤੋਂ ਉੱਠ ਕੇ ਸੱਚਖੰਡ ਵੱਲ ਨਾ ਚਲਾ ਜਾਵੇ, ਇਹਦੀ ਸਾਧਨਾ ਮੈਂ ਪੂਰੀ ਹੋਣ ਦੇਣੀ ਨਹੀਂ। ਤਾਂ ਹੀ ਉਹ ਸਾਧੂ ਮਹਾਤਮਾ ਸੰਤ ਮਹਾਂਪੁਰਖ, ਕਈਆਂ ਕੋਲ ਮਿਰਗ ਚਰਮ ਹੈ, ਕਈਆਂ ਕੋਲ ਸ਼ੇਰ ਦੀ ਖੱਲ ਹੈ। ਕੋ ਹੈ ਹੋ ਕੈ ਖਿੰਤਾ ਗਰ ਪਹਿਰ ਜਾਏ ਰੰਗ ਬੋਕੀਓ। ਤੇ ਕਈਆਂ ਦੇ ਕੋਲ ਖਿੰਥਾ ਹੈ, ਕਈਆਂ ਦੇ ਰੰਗ ਆਪਣੇ ਖਾਸ ਸਵਾਹ ਮੱਲੀ ਹੋਈ ਪਿੰਡੇ ਤੇ
ਰੰਗ ਬਿਰੰਗੇ ਬਣੇ ਹੋਏ ਹਨ। ਫਟਕ ਮੁੰਦਰਾ ਪਹਿਰ ਚੀਰ ਦ્વੈ ਕਾਨ ਕੋ। ਕਈਆਂ ਨੇ ਦੋਵੇਂ ਕੰਨ ਚੀਰ ਕੇ ਕੰਨਾਂ ਵਿੱਚ ਬਲੌਰ ਦੀ ਮੁੰਦਰਾ ਪਾਈਆਂ ਹੋਈਆਂ ਖਾਲਸਾ ਜੀ। ਇਹ ਪਹਿਲਾ ਨਿਯਮ ਹੁੰਦਾ ਹੈ ਕਿ ਜੋਗੀ ਬਣਨਾ ਹੈ, ਸਿੱਧ ਬਣਨਾ ਹੈ, ਇਸ ਤਰ੍ਹਾਂ ਕਰ ਕੰਨ ਪਾੜੋ, ਇਹਦੇ ਕੰਨ ਪਾੜ ਕੇ, ਦੋਵੇਂ ਕੰਨ ਪਾੜ ਕੇ ਮੁੰਦਰਾ ਪਾਓ ਇਹਦੇ ਕੰਨਾਂ ਵਿੱਚ। ਤੇ ਸਭਨਾਂ ਨੇ ਲਗਭਗ ਮੁੰਦਰਾ ਪਾਈਆਂ ਹੋਈਆਂ ਹਨ। ਹਾਥ ਬਿਰਾਗਨ ਧਰੇ ਮਨੋ ਕਰ ਮਾਨ ਕੋ। ਤੇ ਖਾਲਸਾ ਬਿਰਾਗਨ ਕੀ ਹੁੰਦੀ ਏ? ਤੁਸੀਂ ਵੇਖਿਆ ਹੋਣਾ ਕਿਸੇ ਫੋਟੋ ਵਿੱਚ ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਦੋਵੇਂ ਹੱਥਾਂ ਦੇ ਜਦੋਂ ਆਕੇ ਨਾ ਉੱਤੇ ਖਾਲਸਾ ਜੀ ਕੋਹਣੀਆਂ ਦੇ ਥੱਲੇ ਉਹ ਲੱਕੜ ਦੀ ਬਿਰਾਗਨ ਹੁੰਦੀ ਏ। ਡੰਡੀ ਸਿੱਧੀ ਹੁੰਦੀ ਏ, ਡੰਡੀ ਖਾਲਸਾ ਉੱਪਰ ਹੁੰਦੀ ਏ, ਉਹਨੂੰ ਕਹਿੰਦੇ ਬਿਰਾਗਨ। ਇਹਦਾ ਭਾਵ ਹੈ ਕਿਉਂ ਰੱਖਦੇ ਕਿ ਲੱਕ ਸਿੱਧੀ ਰਵੇ, ਬੰਦੇ ਦੀ ਨੀਂਦ ਨਾ ਆਵੇ, ਸੁਸਤੀ ਨਾ ਪਵੇ। ਤੂੰ ਸੁਸਤੀ ਥੱਲੇ ਬਹਿ ਜਾਂਦੇ ਨਾ, ਸਵੇਰੇ ਪਾਠ ਕਰਦੇ ਆ ਸੋ ਜਾਂਦੇ, ਘਰਾੜੇ ਮਾਰਦੇ ਫਿਰਦਾ ਸੀ ਵੀ ਲੱਕ ਸਿੱਧੀ ਰਵੇਗੀ, ਨੀਂਦ ਨਹੀਂ ਆਵੇਗੀ ਖਾਲਸਾ ਜੀ। ਅਧਿਕਤਰ ਮਹਾਂਪੁਰਖ ਇਸ ਤਰ੍ਹਾਂ ਰੱਖਦੇ ਖਾਲਸਾ ਜੀ। ਕਈ ਰੱਬ ਦੇ ਪਿਆਰੇ ਖੜੇ ਖੜੇ ਵੀ ਰੱਖਦੇ ਖਾਲਸਾ ਜੀ, ਖੜੇ ਹੋਣ ਵੇਲੇ ਵੀ ਅਲੱਗ ਐਕਟੀਵਿਟੀ ਰਵੇ ਪੂਰੀ ਖਾਲਸਾ ਜੀ। ਤੇ ਕਈਆਂ ਕੋਲ ਬਿਰਾਗਨ ਹੈ ਤੇ ਕਈਆਂ ਦੇ ਮਨ ਵਿੱਚ ਮਾਣ ਹੀ ਬੜਾ ਹੈ, ਇਤਨਾ ਹੰਕਾਰ ਹੈ ਵੀ ਅਸੀਂ ਸਿੱਧ ਹਾਂ, ਅਸੀਂ ਕਰਨੀ ਵਾਲੇ ਮਹਾਂਪੁਰਖਾਂ। ਐਸੇ ਕਈ ਹੰਕਾਰੀ ਹਨ। ਸਵੇਤ ਵਿਭੂਤ ਸਰੀਰ ਲਗਾਏ ਬਣਾਏ ਕੈ। ਕਈਆਂ ਨੇ ਪਿੰਡ ਤੇ ਪਿੰਡੇ ਤੇ ਸਵਾਹ ਮੱਲੀ ਹੋਈ ਹੈ। ਸਵੇਤ ਵਿਭੂਤ ਕਹਿ ਲੋ, ਜਿਹੜੀ ਵਿਭੂਤ ਹੈ, ਵਿਭੂਤੀ ਹੈ, ਸਵਾਹ ਮੱਲੀ ਹੋਈ ਹੈ, ਬਿਲਕੁਲ ਸਰੀਰ ਸਵਾਹ ਵਾਲੇ ਰੰਗ ਵਾਲਾ ਬਣ ਗਿਆ ਹੈ। ਹੋ ਸਿੰਗੀ ਲੈ ਕਰ ਮਾਏ ਬਜਾਏ ਸੁਨਾਏ ਕੈ। ਕਈ ਸਿੰਗੀ ਲੈ ਕੇ ਵਜਾਉਂਦੇ ਹਨ। ਜਦੋਂ ਸਿੰਗੀ ਵਜਾਉਂਦੇ ਹਨ ਦੂਜੇ ਸੁਣਾਉਂਦੇ, ਦੇਖੋ ਜੀ ਮੇਰੇ ਕੋਲ ਸਿੰਗੀ ਵੀ ਹੈ। ਕਈਆਂ ਕੋਲ ਇਹ ਵੀ ਮਾਣ ਹੈ। ਫਰੂਆ ਪਹੋਰੀ ਹਾਥ ਪਤਾਕਾ ਕਰ ਕਿਸੀ। ਕਈਆਂ ਕੋਲ ਠੂਠਾ ਹੈ, ਕਈਆਂ ਕੋਲ ਖਾਲਸਾ ਫਹੋੜੀ ਹੈ, ਕਈਆਂ ਕੋਲ ਝੰਡੀ ਫੜੀ ਹੋਈ ਹੈ। ਕੈਸੇ ਲੀ ਗਰ ਪਾਏ ਕੁਪੀਨੇ ਕਟ ਕਸੀ। ਕਈਆਂ ਨੇ ਸੇਲੀ ਟੋਪੀ ਧਾਰਨ ਕੀਤੀ ਹੋਈ ਹੈ, ਕਈਆਂ ਨੇ ਖਫਣੀ ਪਾਈ ਹੋਈ ਹੈ, ਕਈਆਂ ਨੇ ਲੱਖ ਤੇ ਖਾਲਸਾ ਚ ਕੁਪੀਨ ਕਸੀ ਹੋਈ ਹੈ। ਮੂਛੇ ਸ਼ਮਸ ਵਿਸਾਲ ਸ਼ੀਸ਼ ਮੁੰਡਿਤ ਕਰੇ। ਆਖੋ ਸਤਨਾਮ। ਇਹ ਸਭ ਦਾ ਹੀ ਹਾਲ ਇਸ ਤਰ੍ਹਾਂ ਹੀ ਹੈ। ਸਿਰ ਮੂੰਹ ਮੁੰਡਿਆ ਹੋਇਆ ਇਹਨਾਂ ਦਾ, ਨਾ ਸਿਰ ਤੇ ਕੇਸ, ਨਾ ਮੁੱਛਾਂ ਇਹਨਾਂ ਦੀ, ਨਾ ਦਾੜੀਆਂ ਖਾਲਸਾ ਜੀ। ਉਹ ਬਸ ਘੋਨ ਮੋਨ ਹੀ ਹੋਏ ਹੋਏ ਹਨ। ਇਸ ਤਰ੍ਹਾਂ ਦਾ ਬੁਰਾ ਹਾਲ ਹੈ ਇਹਨਾਂ ਦਾ। ਉਹ ਚੋਰੀ ਕੰਦੇ ਪਾਏ ਸੋ ਭਿਖਿਆ ਹਿਤ ਤਰੇ। ਭਿਖਿਆ ਲਈ ਝੋਲੀ ਆਪਣੇ ਕੰਧੇ ਤੇ ਪਾਈ ਹੋਈ ਹੈ ਵੀ ਭਿਖਿਆ ਮੰਗਣ ਲਈ, ਭਿਖਸ਼ਾਨ ਦੇ, ਭਿਖਸ਼ਾਨ ਦੇ, ਅਲਖ ਨਿਰੰਜਨ, ਅਲਖ ਰੰਜਨ, ਇਸ ਤਰ੍ਹਾਂ ਬੋਲਣ ਲਈ ਉਹ ਜਿਹੜੀ ਭਿਖਿਆ ਲਈ ਇਹਨਾਂ ਨੇ ਉਹ ਗੋਂਦੜੀ ਵੀ ਪਾਈ ਹੋਈ ਹੈ। ਸਰਬ ਸ਼ਕਤ ਕੋ ਧਰਤ ਗਰਬ ਉਰ ਵਦ ਰਹਾ। ਇਸ ਤਰ੍ਹਾਂ ਲਿਬਾਸ ਹੈ ਇਹਨਾਂ ਦਾ। ਖਿੰਥਾ, ਝੋਲੀ, ਇਹ ਸਾਰੇ ਇਹਨਾਂ ਨੇ ਲਿਬਾਸ ਕੀਤੇ ਹੋਏ ਹਨ। ਪਰ ਮਨ ਵਿੱਚ ਅਹੰਕਾਰ ਹੈ ਕਿ ਸਾਡੀ ਉਮਰ ਬੜੀ ਵੱਡੀ ਹੈ, ਸਾਡੇ ਕੋਲ ਇਹ ਸ਼ਕਤੀਆਂ ਹਨ, ਅਸੀਂ ਇਸ ਤਰ੍ਹਾਂ ਸਾਧਨਾ ਕਰਦੇ ਹਾਂ। ਇਹ ਮਨ ਵਿੱਚ ਅਹੰਕਾਰ ਤਰ ਕੇ ਬੈਠੇ ਹਨ। ਛਿਨ ਮੈਂ ਉੱਡ ਕਰ ਜਾਏ ਹਿਰਦੈ ਤ੍ਰਿਟ ਹੈ ਜਹਾਂ। ਜਿਨ੍ਹਾਂ ਦੇ ਮਨ ਵਿੱਚ ਖਾਲਸਾ ਇਤਨੀ ਤਮੰਨਾ ਹੈ, ਤ੍ਰਿਟ ਹੈ, ਤਮੰਨਾ ਇੱਛਾ ਹੈ ਕਿ ਛਿਨ ਵਿੱਚ ਇੱਥੋਂ ਉੱਡ ਕੇ ਦਿੱਲੀ ਪਹੁੰਚ ਜਾਣ, ਇੱਥੋਂ ਉੱਡ ਕੇ ਕੈਨੇਡਾ ਅਮਰੀਕਾ ਪਹੁੰਚ ਜਾਣ, ਇੱਥੋਂ ਉੱਡ ਕੇ ਸੁਮੇਰ ਪਰਬਤ ਤੇ ਪਹੁੰਚ ਜਾਣ। ਇਤਨੇ ਕਰਨੀ ਵਾਲੇ ਹਨ, ਪਰ ਹੈ ਰਿਧੀਆਂ ਸਿੱਧੀਆਂ ਹੀ ਹੈ ਖਾਲਸਾ ਜੀ। ਪਾਤਸ਼ਾਹ ਕੋਲ ਸਭ ਕੁਝ ਹੈ, ਪਰ ਮਹਾਰਾਜ ਕਿਸੇ ਨੂੰ ਵਿਖਾ ਕੇ ਰਾਜੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਗੁਰਸਿੱਖ ਵੀ ਹਨ, ਥੱਲੇ ਬੈਠੇ ਬੈਠੇ ਉੱਡ ਕੇ ਉੱਪਰ ਲੱਗ ਜਾਂਦੇ ਖਾਲਸਾ ਜੀ। ਉਹ ਜਦੋਂ ਸਾਧਨਾ ਕਰਦੇ, ਨਾਮ ਜਪਦੇ ਗੁਰੂ ਕੇ ਪਿਆਰੇ, ਥੱਲੇ ਬੈਠੇ ਨਾ ਜਦੋਂ ਆਪਣੇ ਆਪ ਉੱਡ ਜਾਂਦੇ ਖਾਲਸਾ ਜੀ, ਪੱਖੇ ਨਾਲ ਲੱਗ ਜਾਂਦੇ। ਉਹ ਤਾਂ ਨਹੀਂ ਉੱਡਦੇ, ਪੱਖਾ ਚੱਲਦਾ ਕਿਤੇ ਨੁਕਸਾਨ ਨਾ ਕਰ ਦਵੇ, ਇਸ ਤਰ੍ਹਾਂ ਉਡਾਉਂਦੇ ਨਹੀਂ ਆਪਣੇ ਆਪ ਨੂੰ, ਭਜਨ ਵਿੱਚ ਰਹਿੰਦੇ ਲਈ ਨੂੰ। ਕੁਦਰਤੀ ਜਿਹੜਾ ਸਰੀਰ ਖਾਲਸਾ ਜੀ, ਉਹ ਜਦੋਂ ਕੋਈ ਸਾਧਨਾ ਕਰੇਗਾ ਸਰੀਰ ਹਲਕਾ ਫੁਲਕਾ ਹੋ ਜਾਏਗਾ, ਉਹਦਾ ਆਪਣੇ ਆਪ ਉੱਡਣਾ ਸ਼ੁਰੂ ਹੋ ਜਾਏਗਾ ਖਾਲਸਾ ਜੀ। ਤੁਸੀਂ ਕਦੀ ਸਾਧਨਾ ਵਾਲੇ ਪੁਰਖਾਂ ਦਾ ਪੁੱਛਣਾ, ਉਹ ਦੱਸਦੇ ਖਾਲਸਾ ਜੀ ਕਿ ਹਉਮੈ ਭਾਰੀ ਹੁੰਦੀ ਹੈ। ਜਦੋਂ ਹਉਮੈ ਨੂੰ ਛੱਡ ਕੇ 10ਵੇਂ ਦਵਾਰ ਉਡਾਰੀ ਮਾਰਦੇ ਨਾ, ਬਿਲਕੁਲ ਹਲਕੇ ਜਿਹੇ ਹੋ ਜਾਂਦੇ।
ਸਰੀਰ ਭਾਵੇਂ ਭਾਰੀ ਲੱਗਦਾ ਉਹਨਾਂ ਨੂੰ, ਪਰ ਸਰੀਰ ਦੀ ਉਡਾਰੀ ਮਾਰ ਕੇ ਉੱਤੇ ਹੋ ਜਾਂਦੇ ਖਾਲਸਾ ਜੀਓ। ਤੇ ਇਹ ਤਾਂ ਗੁਰਸਿੱਖ ਤਾਂ ਨਿਮਰਤਾ ਵਾਲੇ ਹਨ, ਉਹ ਤਾਂ ਨਹੀਂ ਉੱਡਦੇ, ਬਹੁਤੇ ਵਿਖਾਵਾ ਕਰਦੇ, ਪਰ ਇਹਨਾਂ ਦੇ ਮਨ ਵਿੱਚ ਜ਼ਿਆਦਾ ਮਾਣ ਹੈ ਕਿ ਰਿੱਧੀਆਂ ਸਿੱਧੀਆਂ ਹਨ, ਗਰਿਮਾ ਲਘੂਮਾ ਆਦਿਕ ਇਹਨਾਂ ਕੋਲ ਖਾਲਸਾ ਜੀਓ 9 ਨਿਧੀ 18 ਸਿੱਧੀਆਂ ਹਨ। ਇਸ ਤਰ੍ਹਾਂ ਇਹ ਸਭ ਕਰਨੀ ਵਾਲੇ ਹਨ। ਅਣੂ ਸਮਾਨ ਹੋਏ ਜਾਨ ਪਹਾੜ ਸਮਾਨ ਕੋ। ਉਹਨੂੰ ਕਹਿੰਦੇ ਛੋਟੇ ਤੋਂ ਛੋਟੇ ਕਿਣਕੇ ਵਰਗੇ ਬਣ ਜਾਂਦੇ ਹਨ, ਬਿਲਕੁਲ ਛੋਟਾ ਕਿਣਕਾ ਉਨਾ ਬਣ ਜਾਂਦੇ, ਤੇ ਪਹਾੜ ਵਾਂਗ ਵੱਡੇ ਵੀ ਬਣ ਜਾਂਦੇ ਹਨ। ਹੋ ਚਾਹੇ ਚਲਾਵੇਂ ਅਚਲ ਉਡੇ ਅਸਮਾਨ ਕੋ। ਇਹ ਚਾਹਣ ਤਾਂ ਸੁਮੇਰ ਪਰਬਤ ਨੂੰ ਉਡਾ ਸਕਦੇ ਖਾਲਸਾ ਜੀਓ, ਸ਼ਕਤੀ ਹੈ ਇਹਨਾਂ ਕੋਲ। ਤੇ ਕਈ ਵਾਰੀ ਇਹ ਖਾਲਸਾ ਜੀ ਪਹਾੜਾਂ ਤੇ ਆਪਣੇ ਆਪ ਉੱਡ ਕੇ ਪਹੁੰਚ ਜਾਂਦੇ ਹਨ। ਬਨਨ ਸ਼ੇਰ ਅਰ ਸਰਪ ਸਰੂਪ ਭਿਆਨ ਕੋ। ਵੱਖਰੇ ਵੱਖਰੇ ਰੂਪ ਵੀ ਧਾਰਨ ਕਰ ਲੈਂਦੇ, ਕਈ ਸ਼ੇਰ ਬਣ ਜਾਂਦੇ, ਕਈ ਸੱਪ ਬਣ ਜਾਂਦੇ ਹਨ, ਕਈ ਬਿੱਲੇ ਬਗੜਿਆੜ ਬਿੱਲੇ ਬਣ ਜਾਂਦੇ, ਕਈ ਵੱਖਰੇ ਵੱਖਰੇ ਰੂਪ ਧਾਰਨ ਕਰ ਲੈਂਦੇ ਹਨ। ਮਾਨਵ ਸੇਵਕ ਕਰਨ ਦਿਖਾਏ ਡਰਾਨ ਕੋ। ਆਖੋ ਸਤਨਾਮ। ਮੇਨ ਤਮੰਨਾ ਇਹਨਾਂ ਦੀ ਇਹ ਹੈ ਕਿ ਦੁਨੀਆ ਨੂੰ ਆਪਣੇ ਮਗਰ ਲਾਣਾ, ਲੋਕਾਂ ਨੂੰ ਡਰਾਣਾ, ਕਿ ਲੋਕੀ ਦੁਨੀਆ ਆਖਣ ਵਾਹ ਬੜਾ ਕਰਨੀ ਵਾਲਾ ਹੈ, ਤਾਂ ਉਹਦੀ ਪੂਜਾ ਕਰਦੇ ਨੇ, ਕਿ ਲੋਕਾਂ ਤੋਂ ਆਪਣੀ ਪੂਜਾ ਕਰਾਣੀ। ਮੇਨ ਤਮੰਨਾ ਇਹ ਹੈ ਇਹਨਾਂ ਦੀ। ਚੌਂਦਿਸ ਬੈਸੇ ਜਬੇ ਲਾਏ ਆਸਨ ਸਬੇ। ਗੋਰਖ ਦੇ ਆਲੇ ਦੁਆਲੇ ਚਾਰੋਂ ਪਾਸੇ ਆਪਣੇ ਆਸਨ ਲਗਾ ਕੇ ਬੈਠ ਗਏ। ਹੋ ਬੋਲਿਓ ਤਿੰਨ ਪ੍ਰਤ ਬਚਨ ਗੁਣਤ ਗੋਰਖ ਤਬੇ। ਗੋਰਖ ਆਪਣੇ ਮਨ ਚ ਗੁਣਤ ਕਹਿੰਦੇ ਵਿਚਾਰ ਕਰਦਾ ਹੋਇਆ, ਵਿਚਾਰ ਕਰਕੇ ਗੋਰਖ ਇਹਨਾਂ ਸਿੱਧਾਂ ਨੂੰ ਕਹਿਣ ਲੱਗਾ, ਕਬਿਤ ਨਾਨਕ ਹੈ ਤਪਾ ਇਕ ਮਲ ਮੂਤ ਦੇਹ ਜਾਂ ਕੀ। ਗੋਰਖਨਾਥ ਕਹਿਣ ਲੱਗਾ, ਸੁਣੋ ਮੇਰੇ ਸਿੱਖਿਓ, ਮੇਰੇ ਚੇਲਿਓ ਸੁਣੋ, ਇੱਕ ਨਾਨਕ ਤਪਾ ਜੀ ਆਏ ਹਨ, ਜਿਨ੍ਹਾਂ ਦਾ ਸਰੀਰ, ਜਿਨ੍ਹਾਂ ਦਾ ਦੇਹ ਮਲ ਮੂਤਰ ਭਰੀ ਹੈ। ਇਹਨਾਂ ਨੂੰ ਕੀ ਪਤਾ ਕਿ ਭਾਈ ਸਰੀਰ ਤਾਂ ਭਾਵੇਂ ਉਹ ਚੋਂ ਗੰਦਗੀ ਬਾਹਰ ਆਉਂਦੀ ਹੈ, ਪਰ ਜਿਹੜਾ ਉੱਥੇ ਪਹੁੰਚ ਗਿਆ ਉਹਦੇ ਸਰੀਰ ਵਿੱਚ ਇਹ ਨਹੀਂ ਆਉਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਵੀ ਪਵਿੱਤਰ ਹੈ ਖਾਲਸਾ ਜੀਓ, ਪਰ ਇਹਦੇ ਮਨ ਵੀ ਥੋੜਾ ਜਿਹਾ ਹੰਕਾਰ ਸੀ, ਤੇ ਇਹਨੇ ਆਪਣੇ ਸਿੱਧਾ ਦਾ ਮਾਣ ਦੂਰ ਕਰਨਾ ਸੀ। ਇਹ ਕਹਿਣ ਲੱਗਾ, ਸੁਣੋ ਜੀ ਮੇਰੇ ਚੇਲਿਓ, ਇੱਕ ਨਾਨਕ ਤਪਾ ਜੀ ਆਏ ਹਨ, ਜਿਨ੍ਹਾਂ ਦਾ ਸਰੀਰ ਮਲ ਮੂਤਰ ਨਾਲ ਭਰਿਆ ਹੋਇਆ ਹੈ। ਤੁਮਰੋ ਸਥਾਨ ਦੇਖ ਬੇਕੇ ਤੇ ਆਵਈ। ਤੁਹਾਡੀ ਜਗ੍ਹਾ ਵੇਖਣ ਲਈ ਇੱਥੇ ਆਏ ਹਨ, ਤੁਹਾਡੇ ਉੱਤੇ ਕਬਜ਼ਾ ਕਰਨ ਆਏ ਹਨ। ਧਿਆਨ ਰੱਖਣਾ, ਤੁਹਾਡੀ ਸਿੱਧ ਮੰਡਲੀ ਨੂੰ ਵੇਖਣ ਲਈ ਉਹ ਇਸ ਵੱਲ ਆ ਰਹੇ ਹਨ। ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵੱਡੋ। ਹੈ ਤੁਹਾਡੇ 'ਚ ਕੋਈ ਸੁਜਾਨ ਹੈ, ਕਲਾਵਾਨ ਹੈ, ਕੋਈ ਸ਼ਕਤੀਵਾਨ ਹੈ, ਕੋਈ ਵੱਡਾ ਪੁਰਖ ਹੈ। ਬਾਦ ਕਰੇ ਤਾਂ ਸੋ ਜਾਏ ਜੀਤ ਕਹਿ ਹਟਾਵਈ। ਜਾਓ ਗੁਰੂ ਨਾਨਕ ਜੀ ਕੋਲ ਜਾਓ, ਨਾਨਕ ਤਪਾ ਜੀ ਕੋਲ ਜਾਓ, ਵਿਵਾਦ ਕਰੋ ਉਹਨਾਂ ਨਾਲ, ਗੱਲਬਾਤ ਕਰੋ, ਗੋਸ਼ ਕਰੋ, ਜਿੱਤ ਕੇ ਲਿਆਓ ਉਹਨਾਂ ਨੂੰ। ਜਿਤਨਾ ਗੱਲਾਂ ਨਾਲ ਗਿਆਨ ਦੀ ਗੋਸ਼ ਕਰਨੀ ਹੈ, ਤੇ ਆਪਣੇ ਅਧੀਨ ਕਰਕੇ ਲੈ ਕੇ ਆਓ ਉਹਨਾਂ ਨੂੰ। ਨਾ ਤੋ ਉਪਦੇਸ਼ ਦੇ ਕੇ ਚੇਲੋ ਕਰ ਲਿਆਵੇਂ ਤਾਂ ਕੋ। ਜੇ ਕੋਈ ਜਿੱਤ ਲਵੇਗਾ, ਉਪਦੇਸ਼ ਦੇ ਕੇ ਲਿਆਓ ਉਹਨਾਂ ਨੂੰ, ਉਪਦੇਸ਼ ਦੇ ਕੇ ਚੇਲਾ ਬਣਾ ਕੇ ਮੇਰੇ ਕੋਲ ਲੈ ਕੇ ਆਓ। ਰੱਲੇ ਸਿੱਧ ਮਾਈ ਸੋ ਅਮਰ ਪਦ ਪਾਵਈ। ਐ ਮੇਰੇ ਚੇਲਿਓ ਧਿਆਨ ਰੱਖਣਾ, ਜੇ ਗੁਰੂ ਨਾਨਕ ਤਪਾ ਜੀ ਆਪਣੀ ਸਿੱਧ ਮੰਡਲੀ ਵਿੱਚ ਆ ਗਏ ਨਾ, ਫਿਰ ਆਪਣੀ ਬੱਲੇ ਬੱਲੇ ਹੋ ਜਾਣੀ ਹੈ। ਸਾਰੀ ਦੁਨੀਆ ਤੇ ਇਹ ਹੋਵੇਗੀ, ਵਾਹ ਗੋਰਖ ਮੰਡਲੀ ਸਭ ਤੋਂ ਵੱਡੀ ਹੈ, ਸਭ ਤੋਂ ਜ਼ਿਆਦਾ ਸੰਖਿਆ ਇਹਨਾਂ ਵਿੱਚ ਹੈ। ਉਹ ਦੁਨੀਆ ਸੰਖਿਆ ਹੀ ਗਿਣਦੀ ਖਾਲਸਾ ਜੀ ਆਪਣੀ, ਸਾਡੀ ਗਿਣਤੀ ਇੰਨੀ ਹੈ। ਗਿਣਤੀ ਇਹ ਨਹੀਂ ਵੇਖਦੇ ਵੀ ਕਿੰਨਾ ਭਾਰੀ ਗੁਰੂ ਦਾ ਜਸ ਹੈ। ਇੱਕ ਸਿੱਖ ਵੀ ਹੋਵੇ ਨਾ 1.25 ਲੱਖ ਦੇ ਬਰਾਬਰ ਹੈ। ਇੱਥੇ ਤਾਂ ਲੱਖਾਂ ਹੀ ਸਿੱਖ ਹਨ, ਤੇ ਕਿੰਨੇ ਲੱਖ ਹੋ ਗਏ, ਅਰਬਾਂ ਖਰਬਾਂ ਹੋ ਗਏ ਖਾਲਸਾ ਜੀ। ਇਹ ਤਾਂ ਹੀ ਕਹਿੰਦੇ 96 ਕਰੋੜ ਖਾਲਸਾ 96 ਕਰੋੜ ਹੈ, ਇਹ 96 ਕਰੋੜ ਹੀ ਰਹੇਗਾ, ਇਹ ਘਟੇਗਾ ਨਹੀਂ, ਵਧੇਗਾ ਨਹੀਂ ਖਾਲਸਾ ਜੀ। ਸਤਿ ਸ੍ਰੀ ਅਕਾਲ। ਇੱਕ ਦਾ ਜਕਾਰਾ ਤੇ ਕਿੰਨੇ ਗੂੰਜਦੇ ਖਾਲਸਾ ਜੀ।
96 ਕਰੋੜ ਦੀ ਆਵਾਜ਼ ਤਾਂ ਆਪੇ ਆਉਂਦੀ ਹੈ ਜਦੋਂ ਖਾਲਸਾ ਬੋਲਦਾ ਹੈ ਅਕਾਲ ਅਕਾਲ, ਤੇ ਖਾਲਸਾ 96 ਕਰੋੜ ਸਿੰਘ ਤਾਂ ਨਾਲ ਬੋਲਦੇ ਸ਼ੇਰ ਸਿੰਘ। ਇਹ ਦੁਨੀਆ ਵੈਸੇ ਹੀ ਘਬਰਾਉਂਦੀ, ਖਾਲਸੇ ਨੇ ਘਬਰਾਣਾ ਨਹੀਂ। ਖਾਲਸਾ ਤਿਆਰ ਬਰ ਤਿਆਰ ਹੈ। ਖਾਲਸੇ ਦੀ ਗਿਣਤੀ ਖਾਲਸਾ 'ਚ ਪੂਰੀ ਰਹਿਣੀ ਹੈ, ਜੋ ਮਰਜ਼ੀ ਹੋ ਜਾਵੇ। ਇਹ ਤਾਂ ਪਲੇ ਪਲਾਏ ਨਵੇਂ ਆਵੇਂ। ਖਾਲਸਾ ਵਿੱਚ ਤਾਂ ਸਾਰੇ ਤਿਆਰ ਬਰ ਤਿਆਰ ਹੋ ਕੇ ਆਪ ਹੀ ਆ ਜਾਂਦੇ ਖਾਲਸਾ ਜੀ। ਜਦੋਂ ਪਤਾ ਲੱਗਦਾ ਨਾ ਵੀ ਕੈਸੀ ਸੋਭਾ ਹੈ ਖਾਲਸੇ ਪੰਥ ਦੀ। ਨਾਮ ਦੇ ਰਸੀਏ ਹਨ, ਆਤਮ ਰਸੀਏ ਹਨ, ਤਿਆਰ ਬਰ ਤਿਆਰ ਹਨ, ਸ਼ਸਤਰ ਧਾਰੀ ਹਨ, ਤਤ ਵੇਤੇ ਮਹਾਂਪੁਰਖ ਹਨ, ਦੇਗ ਤੇਗ ਦੇ ਧਾਰਨੀ ਹਨ। ਆਪੇ ਖਾਲਸਾ ਬੰਦ ਬਣਦੇ ਖਾਲਸਾ ਜੀ। ਪਰ ਉਹਨਾਂ ਦੇ ਮਨ ਤਮੰਨਾ ਸੀ ਕਿ ਸਾਡੀ ਸਿੱਧ ਮੰਡਲੀ 'ਚ ਗੁਰੂ ਨਾਨਕ ਮਹਾਰਾਜ ਆ ਗਏ ਤਾਂ ਸਾਡੀ ਜੈ ਜੈਕਾਰ ਹੋ ਜਾਣੀ ਹੈ। ਵੈਸੇ ਜੇ ਤੇ ਪਾਸ ਪਇਓ ਸਭ ਕੋ ਹੁਲਾਸ ਉਰ। ਤੇ ਜਿਹੜੇ ਜਿਹੜੇ ਉੱਥੇ ਨਾਲ ਬੈਠੇ ਸਨ ਸਭ ਨੂੰ ਸੁਣ ਕੇ ਥੋੜਾ ਹੁਲਾਸ ਹੋਇਆ, ਥੋੜਾ ਜਿਹਾ ਹਿਰਦਾ ਖੁਸ਼ ਹੋਇਆ ਇਹਨਾਂ ਦਾ। ਖਾਏ ਕੈ ਤਮਕ ਕੋ ਮਛਿੰਦਰਿਓ ਅਲਾਵਈ। ਤਮਕ ਖਾ ਕੇ, ਥੋੜਾ ਗੁੱਸਾ ਖਾ ਕੇ ਨਾ ਮਸ਼ਿੰਦਰ ਹੁਣ ਕਹਿਣ ਲੱਗਾ, ਵਾਰੀ ਆ ਗਈ ਮਸ਼ਿੰਦਰਾ, ਆ ਬੇਟਾ ਤੇਰੀ ਖੈਰ ਹੈ। ਹੁਣ ਮਸ਼ਿੰਦਰ ਹੁਣ ਕਿਵੇਂ ਅਲਾਵੇਗਾ, ਕਿਵੇਂ ਆਖੇਗਾ, ਥੋੜਾ ਜਿਹਾ ਗੁੱਸੇ 'ਚ ਆਵੇਗਾ। ਤੇ ਗੁਰੂ ਨਾਨਕ ਪਾਤਸ਼ਾਹ ਕੋਲ ਜਿਵੇਂ ਜਿਵੇਂ ਆ ਰਿਹਾ ਹੈ ਆਪਣੇ ਖਾਲਸਾ ਜੀ ਡੂੰਘੇ ਪ੍ਰਸ਼ਨ ਕਰੇਗਾ, ਜੇ ਕਹਿ ਲਓ ਆਤਮ ਰਸ ਵਾਲੇ ਪ੍ਰਸ਼ਨ ਕਰੇਗਾ, ਪਰ ਅਜੇ ਆਤਮ ਰਸ ਤੋਂ ਊਣਾ ਹੈ। ਗੱਲਾਂ ਤੇ ਕਰੇਗਾ, ਦੱਸੋ ਜੀ ਸਰੀਰ ਵਿੱਚ ਕਿੰਨੇ ਉਂਗਲ ਹਵਾ ਜਾਂਦੀ ਹੈ, ਇਹ ਸਾਹ ਮੁੱਖ ਦਾ ਜਿਹੜਾ ਆਕਾਰ ਹੈ ਕਿੰਨਾ ਉਂਗਲ ਹੈ। ਉਹ ਹੁਣ ਸਿੱਧ ਗੋਸ਼ਟੇ ਬਚਨ, ਕੁਝ ਰੂਹਾਨੀ ਬਚਨ, ਕੁਝ ਗਿਆਨਮਈ ਬਚਨ ਇਹ ਕਰਨਗੇ ਤੇ ਉਹਨਾਂ ਦੇ ਉੱਤਰ ਗੁਰੂ ਨਾਨਕ ਪਾਤਸ਼ਾਹ ਦੇਣਗੇ ਇਹਨਾਂ ਨੂੰ। ਇਹ ਮੁਖ ਤੋਂ ਉੱਤਰ ਦੇਣਾ, ਜਿਹੜਾ ਉੱਤਰ ਦੇਣ ਵਾਲਾ ਕੌਣ ਹੋਵੇਗਾ? ਵੱਡਾ ਹੋਵੇਗਾ ਖਾਲਸਾ ਜੀ। ਤੇ ਗੁਰੂ ਨਾਨਕ ਪਾਤਸ਼ਾਹ ਵੱਡੇ ਹਨ, ਵੱਡੇ ਹੀ ਰਹਿਣਗੇ। ਪਰ ਕਦੀ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਆਖਿਆ ਮੈਂ ਵੱਡਾ ਹਾਂ। ਕੀ ਆਖਦੇ ਪਾਤਸ਼ਾਹ? ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ, ਬਖਸ਼ੀਸ਼ ਉੱਥੇ ਰੱਬ ਜੀ ਤੇਰੀ ਨਜ਼ਰ ਹੁੰਦੀ ਹੈ। ਐਸੇ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ। ਆਪ ਨਾਰਾਇਣ ਕਲਾਤਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਗੁਰੂ ਨਾਨਕ ਪਾਤਸ਼ਾਹ ਦੀ ਗੱਲਾਂ ਗਿਆਨਮਈ ਗੋਸ਼ਟ ਆਪ ਜੀ ਸਮੇਂ ਅਨੁਸਾਰ ਅਗਲੇ ਪ੍ਰਕਰਨਾਂ ਵਿਖੇ ਸਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ